तेग बहादुर सिमरिया कर नानक आवे थाए, सब थाए वोए सहाय, सब थाए वोए सहाय। प्रथम भगवती सिमर कै गुरु नानक लई ते आए, फिर अंगद गुर ते अमरदास रामदास होए सहाय। अर्जन हर गोबिंद सिमरो श्री हर राय, श्री हर कृष्ण ते आए, जिस डिठे सब दुख जाय। तेग बहादुर सिमरे कर नानक आवे थाए, सब थाए वोए सहाय, सब थाए वोए सहाय, सब थाए वोए सहाय। वड्डा तेरा दरबार सच्चा तुझ तख्त, सिरशाह पातशाह, नेहजल चौर छत, वड्डे वड्डा पर तेरा मर्तबा। रंग प्रंग नेक न जप करतबा, जी अंदर जीव सब जानना, सब तेरे वस तेरे कर भला। तेरे कर अनंत दाई तुत कर, मान महत्ता तेजी अपने आप जर। सर्व कला भरपूर दिसै जत करता, नानक दास दात आगे बिनवत। तेरा नाम सत है वाहिगुरु जी वाहिगुरु। पौड़ी बुढ़ी मुड़ा पार तेरा मर्तबा, रंग पंग अनेक न जापन करतबा। जिया अंदर जियो सब कुछ जान ला, सब कुछ तेरे वस तेरा कृपला। तेरे घर आनंद वधाई तुद घर, मान महता ते जे अपना आप जर। सर्ब कला भरपूर दिसै जत कता, नानक दासन दास। तुद आगे बिनवता, सरोग पवन गुरु पाणी पिता, माता तरत महत, दिवस रात दोए दाए दाया। खेले सगल जगत, चंगियाया बुराया, वाचे धर्म हदूर। कर्मी आपो अपनी, के नेड़े के दूर। जिनी नाम ते आया, गए मसकत काल। नानक ते मुखी उजले, कहती छुट्टी नाल। जिनी नाम ते आया, गए मसकत काल। नानक ते मुखी उजले, कहती छुट्टी नाल। वाहिगुरु जी का खालसा, वाहिगुरु जी की फतेह। ਸ੍ਰੀ ਵਾਹਿਗੁਰੂ ਜੀ। ਗੁਰੂ
ਨਾਨਕ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਵਾਹਿਗੁਰੂ ਪੁੰਨ ਪੁੰਨ ਬੰਦੋਂ ਬਾਰ ਬਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਜੈ ਤਨ ਛੁਟੈ ਕੌਣ ਥਲ ਹੋਈ। ਰਹੀ ਆਰਬਲ ਕਿਤਨੁਕ ਕੋ ਮੋਈ। ਰਾਵਰ ਕੇ ਹਿਰਦੇ ਸਭ ਗਿਆਤਾ ਇਹੋ ਬਤਾਏ ਦੀਜੈ ਸੁਖ ਦਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭਰਮ ਚੋਟਾਂ ਖਾਵੈ। ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਪਹਿਲੇ ਪਾਤਸ਼ਾਹ ਦੀਨ ਤੇ ਦੁਨੀਆਂ ਦੇ ਮਾਲਕ ਵਾਲੀਏ ਕੋਲ ਆਲਮ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਗਦਾਦ ਵਿੱਚ ਰਹਿੰਦੇ
ਪੀਰ ਦਸਤਗੀਰ ਨੂੰ ਸਦਬੁੱਧੀ ਤੇ ਸਮਤ ਪ੍ਰਦਾਨ ਕੀਤੀ ਹੈ। ਗਰੀਬ ਨਵਾਜ ਸਾਹਿਬ ਜੀ ਨੇ ਦਸਤਗੀਰ ਦੇ ਪੁੱਤਰ ਨੂੰ ਲੱਖਾਂ ਪਤਾਲ ਤੇ ਲੱਖਾਂ ਆਕਾਸ਼ਾਂ ਦੇ ਦਰਸ਼ਨ ਕਰਵਾਏ ਨੇ ਔਰ ਨਾਲ ਦੱਸਿਆ ਹੈ ਕਿ ਜਿਸ ਨੂੰ ਜਿੰਨੀ ਸੋਝੀ ਹੁੰਦੀ ਆ ਉਨੀ ਗੱਲ ਕਹਿ ਲੈਂਦਾ। ਜਿਹਨੂੰ 14 ਤਬਕਾਂ ਦਾ ਗਿਆਨ ਹੋਇਆ ਉਹਨੇ 14 ਤਬਕ ਦੱਸ ਦਿੱਤੇ। ਜਿਨ੍ਹਾਂ ਨੂੰ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦਿਸੇ ਉਹਨਾਂ ਨੇ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਹਿ ਦਿੱਤੇ। ਇਸ ਕਰਕੇ ਦੋਨੋਂ ਹੀ ਆਪਣੀ ਜਗ੍ਹਾ ਤੇ ਸਹੀ ਹਨ। ਦਸਤਗੀਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਜਨ ਕਰਨ ਦਾ, ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ। ਦਸਤਗੀਰ ਦੇ ਜਿਤਨੇ ਮੁਰੀਦ ਤੇ ਚੇਲੇ ਸਨ ਬਗਦਾਦ ਵਿੱਚ, ਮਹਾਂਪੁਰਸ਼ ਜਨਮ ਸਾਖੀ 'ਚ ਦੱਸਦੇ ਹਨ ਕਿ ਗੁਰਦੇਵ ਨੇ ਆਪਣੀ ਰਸਨਾ ਤੋਂ ਸਤਿ ਸ੍ਰੀ ਅਕਾਲ, ਗੁਰ ਬਾਰੇ ਅਕਾਲ ਇਹ ਸ਼ਬਦ ਸਭ ਤੋਂ ਪਹਿਲੀ ਵਾਰ ਜੋ ਖਾਲਸੇ ਦਾ, ਪੰਥ ਦਾ, ਸਿੱਖਾਂ ਦਾ ਜਕਾਰਾ ਹੈ, ਇਹ ਪਾਵਨ ਬਚਨ ਮਹਾਰਾਜ ਜੀ ਨੇ ਬਗਦਾਦ ਦੀ ਧਰਤੀ ਤੇ ਗਾਇਨ ਕੀਤੇ, ਉਚਾਰਨ ਕੀਤੇ, ਜਿਸ ਨੂੰ ਸੁਣ ਕੇ ਜਿੰਨੇ ਬਗਦਾਦ ਨਿਵਾਸੀ ਸੀ ਉਹ ਸੁੰਨ-ਮੁੰਨ ਹੋ ਗਏ। ਉਹਨਾਂ ਦੇ ਹੱਥਾਂ ਵਿੱਚ ਪੱਥਰ ਫੜੇ ਦੇ ਫੜਾਏ ਰਹਿ ਗਏ। ਜਦੋਂ ਇਹਨਾਂ ਨੇ ਆਪਣੀ ਗਲਤੀ ਮੰਨੀ ਤਾਂ ਜਾ ਕੇ ਸਭ ਨੂੰ ਸੋਝੀ ਆਈ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਗਦਾਦ ਤੋਂ ਚੱਲੇ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਬੜੀ ਸੈਲ ਕਰ ਲਈ, ਹੁਣ ਘਰ ਚੱਲੀਏ। ਮਹਾਰਾਜ ਜੀ ਕਹਿੰਦੇ, ਮਰਦਾਨਿਆਂ ਤੈਨੂੰ ਘਰ ਚੇਤੇ ਆਉਂਦਾ ਤੇ ਤੈਨੂੰ ਪਹੁੰਚਾ ਦਿੰਨੇ ਆ। ਭਾਈ ਸਾਹਿਬ ਕਹਿਣ ਲੱਗੇ, ਨਹੀਂ ਮਹਾਰਾਜ ਤੁਸੀਂ ਚੱਲੋਗੇ ਪਹਿਲਾਂ ਤੁਹਾਡੇ ਨਾਲ ਜਾਵਾਂਗੇ। ਮਹਾਰਾਜ ਜੀ ਕਹਿੰਦੇ, ਨਹੀਂ ਮਰਦਾਨਿਆਂ ਪਹਿਲਾਂ ਤਾਂ ਤੈਂ ਹੀ ਜਾਣਾ ਹੈ ਤੇ ਤੇਰੇ ਜਾਣ ਦਾ ਸਮਾਂ ਆ ਗਿਆ ਜਿੱਥੇ ਤੂੰ ਨਿਹਚਲ ਘਰ ਵਿੱਚ ਜਾ ਕੇ ਸਮਾਵਣਾ ਹੈ। ਭਾਈ ਮਰਦਾਨਾ ਜੀ ਨੇ ਜਦੋਂ ਪਾਤਸ਼ਾਹ ਦੇ ਬਚਨ ਸੁਣੇ ਸਮਝ ਗਏ ਕਿ ਹੁਣ ਇਹ ਸਰੀਰ ਤਿਆਗਣ ਦਾ ਵੇਲਾ ਹੈ। ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਸਰੀਰ ਦੀ ਆਯੂ ਤਕਰੀਬਨ ਉਦੋਂ 75 ਤੇ 76 ਸਾਲ ਦੇ ਵਿਚਕਾਰ ਸੀ। ਗੁਰੂ ਨਾਨਕ ਪਾਤਸ਼ਾਹ ਤੋਂ ਭਾਈ ਮਰਦਾਨਾ ਜੀ ਤਕਰੀਬਨ 10 ਸਾਲ ਉਮਰ ਕਰਕੇ ਵੱਡੇ ਸਨ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਰਬੁਖ ਜਿਵੇਂ ਭਾਈ ਮਰਦਾਨਾ ਜੀ ਆਪਣਾ 5 ਭੌਤਿਕ ਸਰੀਰ ਤਿਆਗ ਰਹੇ ਨੇ, ਉਹ ਕਥਾ ਅੱਜ ਦੇ ਪ੍ਰਸੰਗ ਵਿੱਚ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਥਨ ਕਰ ਰਹੇ ਨੇ। 13 ਮੱਘਰ ਸਨ 1591 ਸੰਮਤ ਬਿਕਰਮੀ ਨੂੰ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਸੱਚਖੰਡ ਗਮਨ ਕੀਤਾ ਹੈ। ਆਓ ਕਿਵੇਂ ਆਪਣੀ ਅੰਤ ਤੱਕ ਤੋੜ ਤੱਕ ਨਿਭਾ ਗਏ ਨੇ। ਸੇਵਕ ਕੀ ਓੜਕ ਨਿਭਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਐਸੀ ਉੱਚੀ ਅਵਸਥਾ ਵਿੱਚ ਪਹੁੰਚ ਕੇ ਭਾਈ ਸਾਹਿਬ ਨੇ ਆਪਣੀ ਤੋੜ ਤਾਈਂ ਨਿਭਾਈ ਹੈ। ਮਨ ਬਿਰਤੀਆਂ ਇਕਾਗਰ ਕਰੋ, ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਵਸਾਓ। ਨਾਲ ਬੇਨਤੀ ਕਰੀਏ, ਮਹਾਰਾਜ ਸਾਡੇ ਤੇ ਵੀ ਤਰਸ ਕਰਿਓ, ਰਹਿਮਤ ਕਰਿਓ, ਅੰਤ ਤੱਕ, ਅੰਤਲੇ ਸਾਹਾਂ ਤੱਕ ਆਪਣੇ ਚਰਨਾਂ ਨਾਲ ਨਿਭਾ ਲਿਓ। ਮਹਾਰਾਜ ਇਹ ਦਇਆ, ਇਹ ਤਰਸ ਹੈ ਗੁਰੂ ਨਾਨਕ ਸਾਹਿਬ ਜੀ ਤੁਸੀਂ ਸਾਡੇ ਸਾਰਿਆਂ ਤੇ ਕਰਿਓ। ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਜੈ ਤਨ ਛੁਟੇ ਕੌਣ ਤਲ ਹੋਈ। ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਪੁੱਛਦੇ ਹਨ, ਹੇ ਜਗਤ ਸਾਈਂ, ਹੇ ਪਿਰਾਨ ਪੀਰ ਸਤਿਗੁਰੂ, ਕਿਰਪਾ ਕਰਕੇ ਦੱਸੋ ਕਿ ਜਿੱਥੇ ਮੇਰਾ ਇਹ ਸਰੀਰ ਛੁੱਟੇਗਾ ਉਹ ਜਗ੍ਹਾ ਕਿਹੜੀ ਹੋਵੇਗੀ, ਉਹ ਅਸਥਾਨ ਕਿਹੜਾ ਹੋਵੇਗਾ ਜਿੱਥੇ ਮੇਰਾ ਇਹ 5 ਭੌਤਿਕ ਸਰੀਰ ਛੁੱਟੇਗਾ। ਕਿਉਂਕਿ ਸਮਾਂ
ਸਥਾਨ ਔਰ ਕਾਰਨ, ਇਹ ਤਿੰਨ ਚੀਜ਼ਾਂ ਜਦੋਂ ਮਿਲਦੀਆਂ ਨੇ ਉਦੋਂ ਸਰੀਰ ਤਿਆਗਿਆ ਜਾਂਦਾ ਹੈ। ਮਹਾਰਾਜ ਸਮਾਂ ਤੁਸੀਂ ਦੱਸ ਰਹੇ ਹੋ ਵੀ ਨੇੜੇ ਹੈ, ਕਾਰਨ ਵੀ ਬਣ ਜਾਏਗਾ, ਪਰ ਅਸਥਾਨ ਕਿਹੜਾ ਹੈ ਜਿੱਥੇ ਮੈਂ ਆਪਣਾ ਇਹ ਪੰਜ ਭੌਤਿਕ ਸਰੀਰ ਤਿਆਗਾਂਗਾ? ਰਹੀ ਆਰ ਬਲ ਕਿਤਨ ਕੋ ਮੋਈ। ਮਹਾਰਾਜ ਇਸ ਸਰੀਰ ਦੀ ਆਰਬਲਾ, ਇਹਦੀ ਉਮਰ ਕਿੰਨੀ ਕੁ ਰਹਿ ਗਈ ਹੈ ਬਾਕੀ? ਕਿੰਨੇ ਕੁ ਦਿਨ ਇਸ ਸਰੀਰ ਦੇ ਜੀਵਨ ਦੇ ਰਹਿ ਗਏ ਹਨ? ਰਾਵਰ ਕੇ ਹਿਰਦੇ ਸਭ ਗਿਆਤਾ। ਏ ਗਰੀਬ ਨਵਾਜ, ਤੁਸੀਂ ਅੰਤਰਜਾਮੀ ਹੋ, ਤੁਹਾਡੇ ਕੋਲੋਂ ਕੁਝ ਲੁਕਿਆ ਛਿਪਿਆ ਨਹੀਂ ਹੋਇਆ। ਆਪ ਜੀ ਦੇ ਹਿਰਦੇ ਵਿੱਚ ਸਭ ਗਿਆਤ ਹੈ। ਆਪ ਜੀ ਤਰਸ ਕਰਕੇ ਕਿਰਪਾ ਕਰਕੇ ਮੇਰੇ ਬਾਰੇ ਦੱਸੋ। ਏਓ ਬਤਾਏ ਦੀਜੈ ਸੁਖ ਦਾਤਾ। ਇਹ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਆਪ ਜੀ ਦੱਸ ਦਿਓ ਮੈਨੂੰ ਕਿ ਇਹ ਸਰੀਰ ਤਿਆਗਣ ਦਾ ਕਿੰਨਾ ਕੁ ਸਮਾਂ ਬਾਕੀ ਹੈ, ਔਰ ਕਿਹੜਾ ਸਥਾਨ ਹੈ ਜਿੱਥੇ ਮੈਂ ਆਪਣਾ ਇਹ ਸਰੀਰ ਤਿਆਗਾਂਗਾ? ਭਲੋ ਸਥਲ ਜਾਨੋ ਮਰਦਾਨਾ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆ, ਜਿੱਥੇ ਤੈਂ ਸਰੀਰ ਤਿਆਗੇਗਾ ਉਹ ਥਾਂ ਬੜੀ ਭਲੀ ਹੋਵੇਗੀ। ਭਲਾ ਸਥਾਨ ਹੋਵੇਗਾ, ਦਰਿਆ ਦਾ ਰਮਣੀਕ ਕੰਢਾ ਹੋਵੇਗਾ। ਮਰਦਾਨਿਆ, ਭਲੇ ਸਥਾਨ ਤੇ ਤੂੰ ਆਪਣਾ ਸਰੀਰ ਤਿਆਗੇਗਾ। ਜਹਾਂ ਹੋਏਗੇ ਤੋਰ ਚਲਾਨਾ। ਜਿੱਥੇ ਤੇਰਾ ਚਲਾਣਾ ਹੋਣਾ ਉਹ ਜਗ੍ਹਾ ਭਲੀ ਹੋਵੇਗੀ, ਉੱਥੇ ਤੇਰਾ ਪੱਕਾ ਟਿਕਾਣਾ ਬਣੇਗਾ। ਪੰਜ ਦਿਵਸ ਲੋ ਆਯੁਰ ਤੇਰੀ। ਔਰ ਮਰਦਾਨਿਆਂ, ਤੇਰੀ ਸਰੀਰ ਦੀ ਆਯੂ ਤਕਰੀਬਨ 5 ਦਿਨ ਹੋਰ ਬਾਕੀ ਹੈ। 5 ਦਿਨ ਤੇਰੇ ਸਰੀਰ ਦੀ ਆਯੂ ਬਾਕੀ ਹੈ। ਤੀਨ ਕਟੀ ਦਿਨ ਰਹਤੇ ਬੇਰੀ। 5 ਦਿਨਾਂ ਬਾਅਦ ਜਦੋਂ 3 ਘੜੀਆਂ ਦਿਨ ਰਵੇਗਾ, ਯਾਨੀ ਕਿ 3 ਘੜੀਆਂ ਦਿਨ ਬੀਤੇਗਾ, ਪੰਜ ਪੂਤਕ ਤਨ ਕੋ ਤਬ ਛੋਰ। ਉਸ ਵਕਤ ਤੂੰ ਆਪਣੇ ਇਸ ਪੰਜ ਭੌਤਿਕ ਸਰੀਰ ਨੂੰ ਤਿਆਗੇਗਾ, ਆਪਣੇ ਇਸ ਸਰੀਰ ਦਾ ਤਿਆਗ ਕਰੇਗਾ। ਪਹੁੰਚੋ ਜਾਏ ਅਚਲ ਜੇ ਠੌਰ। ਔਰ ਭਾਈ ਮਰਦਾਨਾ ਜੀ, ਤੁਸੀਂ ਅਚਲ ਪਦਵੀ ਨੂੰ ਪਹੁੰਚੋਗੇ, ਇਹੋ ਜਿਹੇ ਟਿਕਾਣੇ ਤੇ ਜਾ ਪਹੁੰਚੋਗੇ ਇਸ ਸਰੀਰ ਨੂੰ ਤਿਆਗ ਕੇ, ਜਿੱਥੇ ਜਾ ਕੇ ਮੁੜ ਕੇ ਕਦੇ ਚਲਾਏਮਾਨ ਨਹੀਂ ਹੋਵਣਾ ਪਵੇਗਾ। ਪੂਜਨ ਲਗਾ ਬੌਰ ਮਰਦਾਨਾ। ਸਾਹਿਬ ਜੀ ਦੇ ਬਚਨ ਸੁਣ ਕੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਪੁੱਛਣ ਲੱਗੇ, ਹੋਵੇ ਜਬਈ ਮੋਰ ਚਲਾਨਾ। ਹੇ ਗਰੀਬ ਨਵਾਜ, ਹੇ ਅੰਤਰਯਾਮੀ ਸਾਹਿਬ, ਜਦੋਂ ਮੇਰਾ ਚਲਾਣਾ ਹੋਵੇਗਾ 5 ਦਿਨਾਂ ਬਾਅਦ, ਆਪ ਨਿਕਟ ਤੁਮ ਹੋ ਕੇ ਨਾਈ। ਹੇ ਪਾਤਸ਼ਾਹ, ਉਦੋਂ ਤੁਸੀਂ ਮੇਰੇ ਸਨਮੁਖ ਹੋਵੋਗੇ ਕਿ ਨਹੀਂ? ਭਾਈ ਮਰਦਾਨਾ ਜੀ ਪੁੱਛਦੇ, ਮਹਾਰਾਜ, ਜਦੋਂ ਮੈਂ 5 ਦਿਨਾਂ ਬਾਅਦ ਇਹ ਸਰੀਰ ਤਿਆਗਾਂਗਾ, ਤੁਸੀਂ ਆਪ ਮੇਰੇ ਨੇੜੇ ਹੋਵੋਗੇ ਕਿ ਨਹੀਂ? ਇਹ ਜਾਣਨ ਕੀ ਮਮ ਚਿਤ ਚਾਈ। ਮੇਰੇ ਮਨ ਦੀ ਇਹ ਚਾਹਨਾ ਹੈ, ਮੈਂ ਜਾਣਨਾ ਚਾਹੁੰਦਾ ਹਾਂ ਕਿ ਜਦੋਂ ਮੇਰਾ ਇਹ ਸਰੀਰ ਛੁੱਟੇਗਾ, ਕੀ ਮੈਂ ਉਦੋਂ ਤੁਹਾਡੇ ਦਰਸ਼ਨ ਕਰਦਾ ਹੋਵਾਂਗਾ? ਕਿ ਉਦੋਂ ਤੁਹਾਡੀ ਇਹ ਸੋਹਣੀ ਮੂਰਤ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇਗੀ ਕਿ ਨਹੀਂ? ਸੁਨ ਬੋਲੇ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਸ਼੍ਰੋਮਣੀ, ਬੇਦੀ ਕੁਲ ਟੀਕਾ, ਬੇਦੀ ਕੁਲ ਕੇਤ, ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਹਮ ਤਬ ਤੇਰੇ ਰਹੇ ਸਮੀਪਾ। ਮਰਦਾਨਿਆ, ਜਦੋਂ ਤੈਂ ਸਰੀਰ ਤਿਆਗ ਮੁਖ ਬੈਠੇ ਹੋਵਾਂਗੇ, ਤੇਰੇ ਕੋਲ ਬੈਠੇ ਹੋਵਾਂਗੇ, ਤੂੰ ਸਾਡੇ ਦਰਸ਼ਨ ਕਰਦਾ ਹੋਵੇਂਗਾ। ਮਰਦਾਨਿਆ, ਜਦੋਂ ਤੂੰ ਆਪਣੇ ਇਸ ਪੰਜ ਭੌਤਿਕ ਸਰੀਰ ਦਾ ਤਿਆਗ ਕਰੇਗਾ, ਕਰ ਕੇ ਸਭ ਪ੍ਰਕਾਰ ਵਿਦਿਆਛੇ। ਔਰ ਤੇਰੇ ਸਰੀਰ ਦੀ ਸਾਰੀ ਸੰਭਾਲ ਉਹ ਅਸੀਂ ਕਰਾਂਗੇ ਆਪਣੇ ਹੱਥੀਂ, ਆਪਣੇ ਹੱਥੀਂ ਤੇਰੇ ਸਰੀਰ ਦੀ ਸਾਰੀ ਕਿਰਿਆ ਕਰਾਂਗੇ। ਅਪਰਥਾਨ ਗਮਨੇ ਤਬ ਪਾਛੇ। ਪਹਿਲਾਂ ਤੇਰੇ ਸਰੀਰ ਦੀ ਸਾਰੀ ਸੰਭਾਲ ਕਰਕੇ ਫਿਰ ਅਸੀਂ ਉੱਥੋਂ ਅੱਗੇ ਕਿਸੇ ਹੋਰ ਜਗ੍ਹਾ ਤੇ
ਕਿਸੇ ਹੋਰ ਥਾਂ ਤੇ ਟਿਕਾਣੇ ਤੇ ਜਾਵਾਂਗੇ। ਸਭ ਬਿਦਸੋਂ ਕਹਿ ਕੇ ਜਗ ਸਾਈਂ, ਜਗਤ ਦੇ ਸਾਈਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਏਦਾਂ ਸਰਬ ਪ੍ਰਕਾਰ ਕਰਕੇ ਭਾਈ ਮਰਦਾਨਾ ਜੀ ਨੂੰ ਇਹ ਬਚਨ ਕਹੇ ਤੇ ਦੱਸੇ। ਪਿਤਾ ਪੀਰ ਤੇ ਹੋਵੇ ਬਰਿਆਈ, ਮਹਾਰਾਜ ਜੀ ਪੀਰ ਦਸਤਗੀਰ ਦੇ ਕੋਲੋਂ ਬਗਦਾਦ ਸ਼ਹਿਰ ਚੋਂ ਵਿਦਾ ਹੋਏ ਹਨ। ਮੰਦ ਮੰਦ ਮਗ ਮੈਂ ਪ੍ਰਸਥਾਨੀ, ਸਹਿਜੇ ਸਹਿਜੇ ਪਾਤਸ਼ਾਹ ਆਪਣੇ ਚਰਨ ਜ਼ਮੀਨ ਤੇ ਧਰਦੇ ਨੇ। ਬੜੀ ਸੋਹਣੀ ਚਾਲ ਮਹਾਰਾਜ ਸੱਚੇ ਪਾਤਸ਼ਾਹ ਚੱਲਦੇ ਆ, ਤੁਰਦੇ ਆ। ਸਹਿਜੇ ਸਹਿਜੇ ਕਦਮ ਜ਼ਮੀਨ ਤੇ ਭੋਏ ਰੱਖਦੇ ਐ। ਜਿਹੜੀ ਜਿਹੜੀ ਜ਼ਮੀਨ ਦੇ ਹਿੱਸੇ ਤੇ ਪਾਤਸ਼ਾਹ ਦਾ ਚਰਨ ਪੈਂਦਾ ਹੈ ਉਹ ਥਾਂ ਪਵਿੱਤਰ ਹੋਈ ਜਾਂਦੀ ਹੈ। ਉਹ ਮਿੱਟੀ, ਉਹ ਧੂੜ ਪਵਿੱਤਰ ਤੇ ਪਾਵਨ ਹੋਈ ਜਾਂਦੀ ਹੈ। 4 ਦਿਵਸ ਬੀਤੇ ਜਬ ਜਾਣੇ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਉਹ ਥਾਂ ਪੂਜਨੀਕ ਹੋ ਜਾਂਦੀ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਤਕਰੀਬਨ ਚਲਦਿਆਂ ਚਲਦਿਆਂ 4 ਦਿਨ ਰਸਤੇ 'ਚ ਬੀਤ ਗਏ। ਸੁਪਨਾ ਇੱਕ ਬਿਲੋਕ ਮਰਦਾਨਾ, ਕਹਿੰਦੇ 4 ਦਿਨ ਬੀਤੇ ਤੇ ਚੌਥੀ ਰਾਤ ਨੂੰ ਭਾਈ ਮਰਦਾਨਾ ਜੀ ਬਿਰਾਜੇ ਹੋਏ ਨੇ। ਬਿਰਾਜਿਆਂ ਹੋਇਆਂ ਨੇ ਰਾਤ ਨੂੰ ਸੁਪਨਾ ਵੇਖਿਆ ਹੈ। ਗਤ ਦਾਨੀ ਸੋ ਬਚਨ ਬਖਾਨਾ, ਸੁਪਨਾ ਵੇਖਿਆ ਤੇ ਮੁਕਤੀ ਦਾਤੇ ਸਤਿਗੁਰੂ ਜੀ ਨੂੰ ਪੁੱਛਣ ਲੱਗੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ। ਮੋਕੋ ਪ੍ਰਗਟ ਸੁਪਨੇ ਆਇਓ, ਕਹਿਣ ਲੱਗੇ ਮਹਾਰਾਜ ਜੀ ਮੈਨੂੰ ਸੁਪਨਾ ਆਇਆ ਤੇ ਸੁਪਨੇ ਵਿੱਚ ਮੈਨੂੰ ਪ੍ਰਗਟ ਹੀ ਦਿਸਿਆ ਸਭ ਕੁਝ। ਇੱਕ ਤਾਂ ਹੁੰਦਾ ਵੀ ਸੁਪਨਾ ਸੁੱਤੇ ਪਿਆ ਆਉਂਦਾ ਹੈ। ਮਹਾਰਾਜ ਮੈਂ ਜਾਗਦਿਆਂ ਹੋਇਆਂ ਹੀ ਮਾਨੋ ਜਿਵੇਂ ਪ੍ਰਗਟ ਹੀ ਸੁਪਨਾ ਵੇਖਿਆ। ਪਰਮਾਤਮਾ ਨੇ, ਅਕਾਲ ਪੁਰਖ ਨੇ ਮੈਨੂੰ ਪ੍ਰਗਟ ਹੀ ਕੁਝ ਨਜ਼ਰ ਕਰਾਇਆ, ਵਿਖਾਇਆ। ਜਾਰੇ ਪੁਨ ਜੋ ਧਰਨ ਦਬਾਇਓ, ਮਹਾਰਾਜ ਮੈਂ ਇਹ ਵੇਖਿਆ ਸੁਪਨੇ ਵਿੱਚ ਵੀ ਜਿਹੜੇ ਮਿੱਟੀ 'ਚ ਦਫਨ ਕੀਤੇ ਜਾਂਦੇ ਨੇ ਉਹਨਾਂ ਨੂੰ ਮੁੜ ਕੇ ਫੇਰ ਸਾੜਿਆ ਜਾਂਦਾ ਹੈ। ਆਗੇ ਜਾਰਨ ਤੇ ਇਹ ਥਾਈ, ਮਹਾਰਾਜ ਜੀ ਜਦੋਂ ਫੇਰ ਅੱਗੇ ਸਾੜਦੇ ਨੇ, ਜਲਾਉਂਦੇ ਨੇ, ਮੁਝ ਦਿਓ ਦਾਓ ਅਗਨ ਜਗ ਸਾਈਂ, ਇਹ ਜਗਤ ਸਾਈਂ ਜੇ ਬਾਅਦ ਵਿੱਚ ਵੀ ਸਾੜਿਆ ਹੀ ਜਾਣਾ ਤੇ ਇਹ ਕਿਰਪਾ ਕਰਿਓ ਮੈਂ ਤੁਹਾਡਾ ਸੇਵਕ ਹਾਂ, ਮੇਰਾ ਇਹ ਸਰੀਰ ਦਫਨ ਨਾ ਕਰਿਓ, ਇਹਨੂੰ ਸਪੁਰਦੇ ਖਾਕ ਨਾ ਕਰਿਓ, ਆਪ ਜੀ ਕਿਰਪਾ ਕਰਕੇ ਮੇਰੇ ਇਸ ਸਰੀਰ ਦਾ ਦਾਹ ਸੰਸਕਾਰ ਕਰਿਓ। ਭਾਈ ਮਨੀ ਸਿੰਘ ਵਾਲੀ ਜਨਮ ਸਾਖੀ 'ਚ ਜ਼ਿਕਰ ਆਉਂਦਾ ਹੈ। ਮਹਾਰਾਜ ਜੀ ਪੁੱਛਦੇ ਮਰਦਾਨਿਆ ਤੇਰੀ ਕਬਰ ਬਣਾਵੀਏ? ਕਹਿਣ ਲੱਗੇ ਮਹਾਰਾਜ ਬਾਬਾ ਇੱਕ ਗੋਰ ਤੇ ਕੱਢ ਕੇ ਦੂਸਰੀ ਗੋਰ ਵਿੱਚ ਕਿਉਂ ਪਾਵਣਾ ਜੇ? ਇਹ ਸਰੀਰ ਰੂਪੀ ਕਬਰ ਚੋਂ, ਗੋਰ ਚੋਂ ਕੱਢ ਕੇ ਦੂਸਰੀ ਕਬਰ ਕਾਹਨੂੰ ਬਣਾਵਣੀ ਹੈ? ਕਿਰਪਾ ਕਰਿਓ ਮੇਰੇ ਇਸ ਸਰੀਰ ਦਾ ਦਾਹ ਸੰਸਕਾਰ ਕਰਿਓ। ਇਹ ਬੇਨਤੀ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਕਰ ਰਹੇ ਹਨ। ਧਰਨ ਬਿਖੈ ਦਫਨਾਵੋ ਨਾਈ, ਮਹਾਰਾਜ ਮਿੱਟੀ ਵਿੱਚ ਦਫਨ ਨਾ ਕਰਿਓ। ਪਾਤਸ਼ਾਹ ਦੇ ਬਚਨ ਨੇ ਕਿ ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਬੁਕਾਰ, ਜਲ ਜਲ ਰੋਵੈ ਬੱਪੜੀ ਝੜ ਝੜ ਪਵੈ ਅੰਗਿਆਰ। ਤੇ ਜੇ ਇਸ ਬਾਅਦ ਵਿੱਚ ਵੀ ਹੋਣਾ ਤਾਂ ਮਹਾਰਾਜ ਜੀ ਪਹਿਲਾਂ ਹੀ ਸਾੜ ਦਿਓ, ਪਹਿਲਾਂ ਹੀ ਸੰਸਕਾਰ ਕਰ ਦਿਓ। ਰਹਿਤ ਨ ਪਾਕ ਲਖਿਓ ਮਨ ਮਾਈ, ਮਹਾਰਾਜ ਜੀ ਮੈਂ ਇਹ ਆਪਣੇ ਮਨ ਵਿੱਚ ਜਾਣ ਲਿਆ ਕਿ ਜੇ ਦਫਨ ਕਰੋਗੇ ਇਹ ਸਰੀਰ ਨੂੰ ਤੇ ਨਾਪਾਕ ਰਹੇਗਾ, ਅਗਨ ਵਿੱਚ ਸੜ ਕੇ ਭਸਮ ਵਿੱਚ ਰਲ ਜਾਵੇਗਾ। ਗੁਰੂ ਭਨਿਓ ਹਮਰੇ ਸਿਰ ਭਾਰੰ, ਸਤਿਗੁਰੂ ਜੀ ਕਹਿਣ ਲੱਗੇ ਮਰਦਾਨਿਆ ਤੇਰਾ ਇਹ ਭਾਰ ਸਾਡੇ ਸਿਰ ਤੇ ਹੈ। ਨੈ ਦਫਨੇ ਦੀਵੇਂ ਤੋਇ ਜਾਰੰ, ਅਸੀਂ ਇਹ ਜ਼ਿੰਮੇਵਾਰੀ ਇਸ ਦਾ ਭਾਰ ਆਪਣੇ ਸਿਰ ਤੇ ਲੈਨੇ ਆ ਮਰਦਾਨਿਆ ਕਿ ਤੇਰੇ ਸਰੀਰ ਨੂੰ ਅਸੀਂ ਦਫਨ ਨਹੀਂ ਕਰਾਂਗੇ, ਅਸੀਂ ਅੰਤਮ ਸੰਸਕਾਰ
ਤੈਂ ਕਿਹਾ ਹੈ ਉਸੇ ਤਰ੍ਹਾਂ ਅਸੀਂ ਕਰਾਂਗੇ, ਭਲੀ ਪ੍ਰਕਾਰ ਨਾਲ ਕਰਾਂਗੇ। ਭਾਈ ਭਾਵਨੀ ਜਿਉ ਤੁਝ ਜੀ ਕੀ, ਜਿਵੇਂ ਭਾਈ ਮਰਦਾਨਾ ਜੀ ਤੁਹਾਡੇ ਜੀੜੇ ਦੀ ਭਾਵਨਾ ਹੈ, ਤੁਹਾਡੇ ਹਿਰਦੇ ਦੀ ਕਾਮਨਾ ਹੈ, ਉਹ ਕਾਮਨਾ ਉਸੇ ਤਰ੍ਹਾਂ ਹੀ ਅਸੀਂ ਪੂਰੀ ਕਰਾਂਗੇ। ਅਬ ਚੱਲ ਖੁਰਮੇ ਨਗਰ ਮਜਾਰਾ, ਚੱਲ ਮਰਦਾਨਿਆ ਹੁਣ ਉਸ ਥਾਂ ਤੇ ਚੱਲੀਏ ਜਿੱਥੇ ਤੈਂ ਇਹ ਸਰੀਰ ਤਿਆਗਣਾ ਹੈ। ਉਸ ਨਗਰ ਦਾ ਨਾਮ ਹੈ ਕੁਰਮ, ਦਰਿਆ ਦੇ ਕੰਢੇ ਤੇ ਬਣਿਆ ਨਗਰ ਹੈ ਖੁਰਮ। ਦਰਿਆ ਹੈ ਅਫਗਾਨਿਸਤਾਨ ਦੇ ਵਿੱਚ, ਇਹ ਦਰਿਆ ਵਗਦਾ ਖੁਰਮ। ਖੁਰਮ ਦਰਿਆ ਨੂੰ ਕਹਿ ਦਿੰਦੇ, ਉਹਦੇ ਕਿਨਾਰੇ ਤੇ ਖੁਰਮ ਦਰਿਆ ਦੇ ਨਾਂ ਤੇ ਹੀ ਪਿੰਡ ਵਸਿਆ ਖੁਰਮ। ਮਹਾਰਾਜ ਜੀ ਕਹਿੰਦੇ ਚੱਲ ਖੁਰਮੇ ਨਗਰ ਚੱਲੀਏ। ਤੈਂ ਤਵ ਖਾਨੋ ਰਿਓ ਆਹਾਰਾ, ਉੱਥੇ ਦਾਣਾ ਪਾਣੀ ਤੇਰਾ ਲਿਖਿਆ ਹੋਇਆ ਅਖੀਰਲਾ, ਉੱਥੇ ਤੇਰਾ ਖਾਣਾ ਪਰਮੇਸ਼ਰ ਨੇ ਦਾਣਾ ਪਾਣੀ ਹਾਲੇ ਉਸ ਨਗਰ ਦੇ ਵਿੱਚ ਲਿਖਿਆ ਹੋਇਆ, ਉੱਥੇ ਤੈ ਖਾਣਾ ਹੈ। ਤਜੋ ਸਰੀਰ ਜਹਾਂ ਮਰਦਾਨੇ, ਮਰਦਾਨਿਆ ਉੱਥੇ ਹੀ ਜਾ ਕੇ ਤੈਂ ਆਪਣਾ ਇਹ ਸਰੀਰ ਤਿਆਗਣਾ ਹੈ। ਸੰਤਤ ਤੋਰ ਰਹੇ ਤੈਂ ਥਾਨੇ, ਤੇਰਾ ਸਰੀਰ ਜਿੱਥੇ ਤੂੰ ਤਿਆਗਣਾ ਉੱਥੇ ਤੇਰਾ ਸਥਾਨ ਬਣੇਗਾ, ਔਰ ਤੇਰੀ ਸੰਤਾਨ, ਤੇਰੇ ਪੁੱਤਰ, ਤੇਰੇ ਵੰਸ਼ਜ ਆ ਕੇ ਉੱਥੇ ਵਸਣਗੇ। ਭਾਈ ਮਰਦਾਨਾ ਜੀ ਦੇ ਪਿਤਾ ਦਾ ਨਾਂ ਸੀ ਭਾਈ ਬਦਰਾ, ਬਾਦਰਾ ਕਰਕੇ ਨਾਂ। ਮਾਤਾ ਦਾ ਨਾਂ ਸੀ ਮਾਈ ਲੱਖੋ, ਜਿਹਦੀ ਕੁੱਖ ਤੋਂ ਭਾਈ ਮਰਦਾਨੇ ਨੇ ਜਨਮ ਲਿਆ ਸੀ। ਭਾਈ ਮਰਦਾਨੇ ਦਾ ਅੱਗੋਂ ਪੁੱਤਰ ਸੀ ਭਾਈ ਸਜਾਦਾ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਦੀ ਦਸਤਾਰਬੰਦੀ ਕੀਤੀ ਸੀ। ਕਹਿਣ ਲੱਗੇ ਮਰਦਾਨਿਆਂ, ਤੇਰੇ ਜਿਹੜੇ ਵੰਸ਼ ਨੇ ਉਹ ਜਿੱਥੇ ਤੈਂ ਸਰੀਰ ਤਿਆਗੇਗਾ ਉਹ ਉੱਥੇ ਆ ਕੇ ਬੈਠਣਗੇ, ਤੇਰੇ ਸਥਾਨ ਦੀ ਸੰਭਾਲ ਕਰਨਗੇ। ਅਸ ਕੈ ਖੁਰਮੇ ਪੁਰ ਮੈਂ ਗਏ, ਏਦਾਂ ਕਹਿ ਕੇ ਸਤਿਗੁਰੂ ਜੀ ਖੁਰਮਪੁਰ ਨਗਰ ਯਾਨੀ ਕਿ ਕੁਰਮ ਦਰਿਆ ਦੇ ਕੰਢੇ ਗਏ ਹਨ। ਸੁੰਦਰ ਰਚਨਾ ਦੇਖਤ ਪਏ, ਨਗਰ ਬੜਾ ਸੁੰਦਰ ਬਣਿਆ ਕੁਰਮ ਦਰਿਆ ਦੇ ਕਿਨਾਰੇ ਤੇ। ਕੁਰਮ ਨਗਰ ਹੀ ਹੈ, ਕੁਰਮਪੁਰ ਕਹਿ ਦਿੰਦੇ, ਖੁਰਮਾਪੁਰ ਵੀ ਕਹਿ ਦਿੰਦੇ ਹੈ। ਤੇ ਬੜਾ ਸੁੰਦਰ ਨਗਰ ਵਸਿਆ, ਬੜੀਆਂ ਸੋਹਣੀਆਂ ਉੱਚੀਆਂ ਉੱਚੀਆਂ ਅਟਾਰੀਆਂ ਨੇ, ਮਹਿਲ ਮਾੜੀਆਂ ਨਗਰ ਵਿੱਚ ਬਣੀਆਂ ਹੋਈਆਂ ਹਨ। ਬੀਚ ਬਾਜ਼ਾਰ ਗਏ ਜਗ ਸਾਈਂ, ਜਗਤ ਦੇ ਸਾਈਂ ਸਤਿਗੁਰੂ ਜੀ ਵਿਚਰਦਿਆਂ ਵਿਚਰਦਿਆਂ ਨਗਰ ਦੇ ਬਾਜ਼ਾਰ ਵਿੱਚ ਗਏ ਹਨ। ਮਰਦਾਨੇ ਸੋ ਗਿਰਾ ਅਲਾਈ, ਭਾਈ ਸਾਹਿਬ ਭਾਈ ਮਰਦਾਨੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਤੇਰੋ ਬਾਕੀ ਰਿਓ ਆਹਾਰਾ। ਮਹਾਰਾਜ ਜੀ ਕਹਿੰਦੇ ਮਰਦਾਨਿਆਂ, ਤੇਰਾ ਜਿਹੜਾ ਦਾਣਾ ਪਾਣੀ ਰਹਿ ਗਿਆ ਇਸ ਨਗਰ ਦੇ ਵਿੱਚ ਹੈ, ਜਿਹੜਾ ਹਾਲੇ ਤੂੰ ਖਾਣਾ ਹੈ। ਅਖੀਰਲਾ ਦਾਣਾ ਪਾਣੀ ਖਾਣਾ ਭੋਜਨ ਉਹ ਤੇਰਾ ਇਸ ਨਗਰ ਵਿੱਚ ਹੈ। ਹਾਵਨ ਕਰੋ ਅੰਤ ਕੀ ਬਾਰਾ, ਜਾ ਮਰਦਾਨੇ ਅੰਤਲੇ ਸਮੇਂ ਜਾ ਕੇ ਭੋਜਨ ਛਕ ਲੈ, ਸਾਡਾ ਤੇਰੇ ਨਾਲ ਵਚਨ ਹੋਇਆ ਸੀ। ਮਰਦਾਨਿਆਂ ਤੂੰ ਕਹਿੰਦਾ ਸੀ ਨਾ, ਮਹਾਰਾਜ ਜਾਪਦਾ ਕਿਸੇ ਜਗ੍ਹਾ ਜੰਗਲ ਵਿੱਚ ਬੀਆਬਾਨ ਉਜਾੜ ਵਿੱਚ ਮੈਂ ਭੁੱਖਾ ਭੁੱਖ ਨਾਲ ਮਰ ਜਾਗਾ, ਉੱਥੇ ਹੀ ਤੁਸੀਂ ਮੈਨੂੰ ਸੁੱਟ ਸੁਟਾ ਜਾਣਾ, ਨਾ ਮੇਰੇ ਕਫਨ ਦਾ ਤੇ ਨਾ ਤੁਸੀਂ ਮੇਰੇ ਦਫਨ ਦਾ ਪ੍ਰਬੰਧ ਕਰਨਾ, ਉੱਥੋਂ ਚਲਿਆ ਜਾਣਾ। ਸਾਹਿਬਾ ਆਖਿਆ ਸੀ ਮਰਦਾਨਿਆਂ, ਅਸੀਂ ਬਚਨ ਕਰਦੇ ਆਂ ਵੀ ਜੇ ਭੁੱਖ ਨਾਲ ਤੇਰੇ ਪ੍ਰਾਣ ਨਿਕਲ ਵੀ ਗਏ ਤੇ ਵਾਪਸ ਲੈ ਆਵਾਂਗੇ। ਵਾਪਸ ਭੁੱਖ ਨਾਲ ਅਸੀਂ ਤੈਨੂੰ ਮਰਨ ਨਹੀਂ ਦੇਵਾਂਗੇ। ਪਾਤਸ਼ਾਹ ਕਹਿੰਦੇ ਅਸੀਂ ਉਹ ਆਪਣਾ ਬਚਨ ਪੂਰਾ ਕਰਨ ਲੱਗੇ ਆ। ਮਰਦਾਨਿਆਂ, ਜਾ ਸਰੀਰ ਤਿਆਗਣ ਤੋਂ ਪਹਿਲਾਂ ਜਿਹੜਾ ਤੇਰਾ ਅੰਨ ਪਾਣੀ ਬਾਕੀ ਰਹਿੰਦਾ ਨਾ, ਉਹ ਇਸ ਨਗਰ ਦੇ ਵਿੱਚ ਛਕ ਲੈ। ਮਾਨ ਬਚਨ ਤਿਨ ਲੇ ਕਰ ਖਾਇਓ, ਭਾਈ ਮਰਦਾਨਾ ਜੀ ਨੇ ਸਾਹਿਬ ਦੇ ਬਚਨ ਸਤ ਕਰਕੇ ਬੰਨੇ ਨੇ, ਔਰ ਨਗਰ ਦੇ ਵਿੱਚ ਜਾ ਕੇ ਕੁਰਮ ਨਗਰ ਦੇ ਵਿੱਚ ਭੋਜਨ ਲਿਆ ਤੇ ਭੋਜਨ ਲੈ ਕੇ ਛਕਿਆ ਹੈ। ਤ੍ਰੈ ਕਟਿਕਾ ਦਿਨ ਸਮਾ ਸੋ ਆਇਓ, 3 ਘੜੀਆਂ ਦਿਨ ਬੀਤ ਗਿਆ। ਜਿਹੜਾ ਸਮਾਂ ਸਾਹਿਬਾਂ ਦੱਸਿਆ ਸੀ ਨਾ ਸਰੀਰ ਤਿਆਗਣ ਦਾ, ਉਹ ਸਮਾਂ ਆ ਗਿਆ। ਤਕਰੀਬਨ 3 ਘੜੀਆਂ ਦਿਨ ਦੀਆਂ ਬੀਤ ਗਈਆਂ। ਪੁਰਤੇ ਵੈਰ ਰੁਚਰ ਥਲ ਪਿਖ ਕੈ, ਸਤਿਗੁਰੂ ਜੀ ਨੇ ਨਗਰ ਦੇ ਬਾਰ-ਬਾਰ ਇੱਕ ਭਲਾ ਸਥਾਨ ਸੋਹਣੀ ਜਗ੍ਹਾ ਵੇਖੀ। ਬੈਠੇ ਜਾਏ ਤਾਹਾਂ ਜਨ ਲਖ ਕੈ, ਆਪਣਾ ਜਨ ਜਾਣ ਕੇ ਭਾਈ ਮਰਦਾਨਾ ਜੀ ਨੂੰ
ਸਤਿਗੁਰੂ ਸੱਚੇ ਪਾਤਸ਼ਾਹ ਉਸ ਅਸਥਾਨ ਤੇ ਨਗਰ ਤੋਂ ਬਾਹਰ ਆ ਕੇ ਬੈਠੇ ਹਨ। ਗੁਰ ਬੂਝਿਓ ਕਿਆ ਸੁਧ ਮਰਦਾਨਾ। ਮਹਾਰਾਜ ਜੀ ਪੁੱਛਦੇ ਐ, ਜਦੋਂ 3 ਘੜੀਆਂ ਦਿਨ ਬੀਤ ਗਏ ਨਾ ਬੈਠਿਆਂ ਉੱਥੇ, ਤੇ ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ, ਮਰਦਾਨਿਆਂ ਕੀ ਸੁਝਦਾ ਅੰਦਰ? ਪਾਤਸ਼ਾਹ ਪੁੱਛਦੇ, ਮਰਦਾਨਿਆਂ ਕੀ ਪਿਆ ਸੁਝਦਾ ਅੰਦਰ, ਕੀ ਮਹਿਸੂਸ ਕਰਦਾ? ਭੀ ਤਿਆਰੀ ਤਿੰਨ ਬਚਨ ਬਖਾਨਾ। ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਤਿਆਰੇ ਨੇ ਬਸ ਹੁਣ ਚਾਲੇ ਦੇ, ਤਿਆਰੀ ਹੋ ਗਈ ਹੈ ਮਹਾਰਾਜ। ਭਾਈ ਮਰਦਾਨਾ ਜੀ ਅੰਦਰ ਸਭ ਕੁਝ ਵੇਖ ਰਹੇ ਨੇ ਕੀ ਵਰਤਣ ਵਾਲਾ। ਪਾਤਸ਼ਾਹ ਦੀ ਦਇਆ ਦ੍ਰਿਸ਼ਟੀ ਨਾਲ ਕਹਿਣ ਲੱਗੇ, ਮਹਾਰਾਜ ਜੋ ਅੰਦਰ ਵਰਤ ਰਿਹਾ ਹੈ ਉਹ ਮੈਂ ਵੇਖ ਰਿਹਾ, ਤੇ ਮੈਂ ਹੁਣ ਤਿਆਰੀ ਕਰ ਲਈ ਹੈ ਚੱਲਣ ਦੀ। ਕਛ ਨਾ ਬਿਲੰਬ ਰਹੀ ਅਬ ਮੋਰੀ। ਮਹਾਰਾਜ ਹੁਣ ਬਸ ਕੁਝ ਦੇਰੀ ਨਹੀਂ ਰਹੀ, ਹੁਣ ਇਹ ਸਰੀਰ ਤਿਆਗਣ ਵਾਲਾ ਹਾਂ। ਅਸ ਕੈ ਪੁੰਨ ਦੋ ਕਰ ਜੋਰੀ। ਏਦਾਂ ਕਹਿ ਕੇ ਭਾਈ ਮਰਦਾਨਾ ਜੀ ਨੇ ਆਪਣੇ ਦੋਵੇਂ ਹੱਥ ਜੋੜੇ। ਗੁਰ ਕੇ ਪਦ ਪੰਕਜ ਸਿਰ ਧਰ ਕੇ। ਆਹ ਮਹਾਰਾਜ ਮੇਰੇ ਇਸ ਸਰੀਰ ਵਿੱਚ ਰਹਿੰਦਿਆਂ ਮੇਰੀ ਅੰਤਲੀ ਪ੍ਰਣਾਮ ਤੇ ਨਮਸਕਾਰ ਪ੍ਰਵਾਨ ਕਰੋ ਗੁਰੂ ਨਾਨਕ ਪਾਤਸ਼ਾਹ। ਮੇਰੀ ਅੰਤਲੀ ਪ੍ਰਣਾਮ ਹੈ ਮੇਰੇ ਇਸ ਸਰੀਰ ਵਿੱਚ ਰਹਿੰਦਿਆਂ। ਭੁੱਲਾਂ ਚੁੱਕਾਂ ਬੜੀਆਂ ਹੋਈਆਂ ਆਪ ਜੀ ਦੇ ਨਾਲ ਰਹਿੰਦਿਆਂ, ਬੜੇ ਬੜੇ ਗੁਨਾਹ ਕੀਤੇ ਨੇ ਮੈਂ, ਖਾਮੀਆਂ ਨੇ, ਕਈ ਵੇਰੀ ਤੁਹਾਡੇ ਬਚਨ ਮੋੜੇ ਨੇ। ਮਹਾਰਾਜ ਕਿਰਪਾ ਕਰਿਓ, ਮੇਰੀਆਂ ਸਾਰੀਆਂ ਗਲਤੀਆਂ, ਸਾਰੇ ਗੁਨਾਹ, ਮੇਰੀਆਂ ਸਾਰੀਆਂ ਭੁੱਲਾਂ ਬਖਸ਼ੰਦ ਹਰੀ ਜੀ ਬਖਸ਼ ਲਿਓ। ਇਹ ਕਹਿ ਕੇ ਭਾਈ ਮਰਦਾਨਾ ਜੀ ਨੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਤੇ ਸੋਹਣਿਆਂ ਜਿਹਾਂ ਚਰਨਾਂ ਤੇ ਆਪਣੀ ਅੰਤਲੀ ਪ੍ਰਣਾਮ ਤੇ ਨਮਸਕਾਰ ਕੀਤੀ ਹੈ। ਭਇਓ ਅਮੋ ਸਥਿਤ ਮਨ ਕਰਕੇ। ਮਨ ਮੋਹ ਤੋਂ ਰਹਿਤ ਹੋ ਗਿਆ, ਹੁਣ ਮਨ 'ਚ ਕੋਈ ਮਮਤਾ ਨਹੀਂ, ਨਾ ਸਰੀਰ ਦੀ ਨਾ ਸਰੀਰ ਤੋਂ ਬਾਹਰ ਦੀ। ਅਮੋਹ ਹੋ ਗਏ ਨੇ, ਮਨ ਬਿਲਕੁਲ ਸਥਿਤ, ਬਿਲਕੁਲ ਟਿਕ ਗਿਆ, ਇਕਾਗਰ ਹੋ ਗਿਆ ਹੈ। ਬੂਝਨ ਲਗੇ ਚਲਨ ਸੁਧ ਤੋਈ। ਫਿਰ ਮਹਾਰਾਜ ਜੀ ਪੁੱਛਦੇ, ਮਰਦਾਨਿਆਂ ਹੁਣ ਕੁਝ ਚੱਲਣ ਦੀ ਸੁਧ ਹੋ ਰਹੀ ਹੈ? ਹੁਣ ਕੋਈ ਸਮਝ ਆ ਰਹੀ ਹੈ ਚੱਲਣ ਦੀ? ਕੀ ਸੁਝਦਾ ਹੈ? ਕਿਸ ਪ੍ਰਕਾਰ ਹਿਰਦੇ ਮੈਂ ਹੋਈ। ਮਰਦਾਨਿਆਂ ਚੱਲਣ ਦੀ ਸੁਧ ਹਿਰਦੇ 'ਚ ਕਿਸ ਤਰ੍ਹਾਂ ਦੀ ਹੋ ਰਹੀ ਹੈ? ਕੀ ਮਹਿਸੂਸ ਕਰਦਾ ਹੈ? ਦੋਹਰਾ ਸੁਧ ਮੋਕੋ ਤੁਮ ਸੰਗ ਤੇ ਪ੍ਰਾਪਤ ਸੁਨੋ ਕਿਰਪਾਲ। ਹੇ ਪਰਮ ਕਿਰਪਾਲੂ ਦਿਆਲੂ ਸਤਿਗੁਰੂ, ਭਾਈ ਮਰਦਾਨਾ ਜੀ ਬੋਲੇ, ਹੇ ਕਿਰਪਾਲੂ ਸਤਿਗੁਰੂ, ਤੁਹਾਡੀ ਸੰਗਤ ਕਰਨੇ ਕਰਕੇ ਮੈਨੂੰ ਇਹ ਸੁਧ ਪ੍ਰਾਪਤ ਹੋ ਰਹੀ ਹੈ। ਤੁਹਾਡੀ ਸੰਗਤ ਦਾ ਪ੍ਰਤਾਪ ਹੈ, ਇਹ ਤੁਹਾਡੇ ਸੰਗ ਦਾ ਪ੍ਰਤਾਪ ਹੈ ਕਿ ਤੁਹਾਡੀ ਸੰਗਤ ਦੇ ਪ੍ਰਤਾਪ ਕਰਕੇ ਮੈਨੂੰ ਇਹ ਸੋਝੀ ਹੋ ਰਹੀ ਹੈ। ਨਾਭੀ ਮੇ ਜਿਉ ਪੌਨ ਕੀ ਗੰਠ ਖੁਲੀ ਏ ਕਾਲ। ਮਹਾਰਾਜ ਨਾਭੀ ਦੇ ਵਿੱਚ, ਪੇਟ ਅੰਦਰ ਜੋ ਨਾਭੀ ਸਥਲ ਹੈ, ਮਹਾਰਾਜ ਨਾਭੀ ਦੇ ਵਿੱਚ ਮੇਰੇ ਸਵਾਸਾਂ ਦੀ ਗੰਢ ਹੁਣ ਖੁੱਲ ਗਈ ਹੈ। ਖਾਲਸਾ ਜੀ, ਇਹ ਗੰਢ ਜਦੋਂ ਤੱਕ ਮਿਚੀ ਹੋਈ ਆ ਉਦੋਂ ਤੱਕ ਸਵਾਸ ਬਾਹਰ ਜਾਂਦੇ ਤੇ ਆਉਂਦੇ ਆ। ਜਿਸ ਦਿਨ ਇਹ ਨਾਭੀ ਦੀ ਗੰਢ ਖੁੱਲ ਜਾਣੀ, ਸਵਾਸ ਜਾਣਗੇ, ਮੁੜ ਕੇ ਵਾਪਸ ਨਹੀਂ ਆਉਣਗੇ। ਇਹ ਨਾਭੀ ਸਥਲ ਹੈ ਜਿੱਥੇ ਗੰਢ ਵੱਜੀ ਹੋਈ ਹੈ ਸਵਾਸਾਂ ਦੀ, ਇੱਥੋਂ ਹੀ ਸਵਾਸ ਉੱਠਦੇ ਨੇ ਤੇ ਇੱਥੇ ਹੀ ਵਾਪਸ ਆਉਂਦੇ ਆ। ਮਹਾਰਾਜ ਨਾਭੀ ਸਥਲ ਦੇ ਵਿੱਚ ਜਿਹੜੀ ਸਵਾਸਾਂ ਦੀ ਪਾਉਣ ਦੀ ਗੰਢ ਹੈ, ਮਹਾਰਾਜ ਉਹ ਗੰਢ ਹੁਣ ਖੁੱਲਦੀ ਪ੍ਰਤੀਤ ਹੋ ਰਹੀ ਹੈ। ਚੋਪਈ ਨੋ ਅਬ ਸਵਾਸ ਆਵਨੇ ਰਹੇ। ਪਾਤਸ਼ਾਹ ਹੁਣ ਇਸ ਸਵਾਸ ਤੋਂ ਬਾਅਦ 9 ਸਵਾਸ ਜਿਹੜੇ ਨੇ ਮੈਨੂੰ ਹੋਰ ਆਉਣੇ ਬਾਕੀ ਨੇ। ਗਿਣਤੀ ਵੀ ਕੀਤੀ ਭਾਈ ਮਰਦਾਨਾ ਸਾਹਿਬ। ਇਹ ਆ ਉਹਨਾਂ ਦੀ ਤੁਰਿਆ ਪਦ ਦੀ ਖੇਡ। ਇਸ ਸਰੀਰ ਵਿੱਚ ਇਉਂ ਰਹਿੰਦੇ ਆ ਜਿਵੇਂ ਸਰੀਰ 'ਚ ਕਿਸੇ ਹਾਥੀ ਦੇ ਗਲ 'ਚ ਫੁੱਲਾਂ ਦੀ ਮਾਲਾ ਨਹੀਂ ਪਾਈ ਹੁੰਦੀ, ਨਾ ਉਹਨੂੰ ਭਾਰ ਹੁੰਦਾ ਤੇ ਨਾ ਤੋੜਨ ਵੇਲੇ ਉਹਨੂੰ ਜ਼ੋਰ ਲੱਗਦਾ। ਬ੍ਰਹਮ ਗਿਆਨੀ ਅਵਸਥਾ ਵਿੱਚ ਟਿਕੇ ਹੋਏ ਮਹਾਂਪੁਰਸ਼ ਇਹੋ ਜਿਹੇ ਹੁੰਦੇ ਆ। ਇਹ ਸਰੀਰ ਦਾ ਨਾ ਉਹਨਾਂ ਨੂੰ ਭਾਰ ਹੈ ਤੇ ਤਿਆਗਣ ਵਿੱਚ ਵੀ ਉਹ ਦੇਰੀ ਨਹੀਂ ਲਾਉਂਦੇ। ਕਹਿਣ ਲੱਗੇ ਮਹਾਰਾਜ 9 ਸਵਾਸ
ਹੁਣ ਕੇਵਲ ਬਾਕੀ ਰਹਿ ਗਏ ਹਨ। ਗਿਨ ਦੇਖੋ ਮੈਂ ਕੂਰ ਨ ਕਏ। ਪਾਤਸ਼ਾਹ ਗਿਣ ਕੇ ਵੇਖ ਲਓ, ਤੁਹਾਡੀ ਕਿਰਪਾ ਨਾਲ ਜੋ ਮੈਂ ਸੋਝੀ ਵਿੱਚ ਸਮਝ ਵਿੱਚ ਆ ਰਿਹਾ ਮੈਨੂੰ ਉਹ ਦੱਸ ਰਿਹਾ। ਸ਼੍ਰੀ ਅੰਗਦ ਸੁਨ ਤਬੇ ਕਿਰਪਾਲਾ। ਇਹ ਕਥਾ ਬ੍ਰਹਮ ਗਿਆਨੀ ਭਾਈ ਬਾਲਾ ਜੀ ਸੁਣਾ ਰਹੇ, ਉਹਨਾਂ ਦੀ ਅੱਖਾਂ ਦੇ ਸਾਹਮਣੇ ਹੋ ਰਿਹਾ ਸਭ ਕੁਝ, ਤੇ ਉਹ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਹੇ ਹਨ। ਮੁਝ ਸੋਂ ਕਹਿਓ ਕਿ ਗਿਨੀਏ ਬਾਲਾ। ਮਹਾਰਾਜ ਜੀ ਭਾਈ ਬਾਲਾ ਜੀ ਨੂੰ ਕਹਿੰਦੇ, ਬਾਲਿਆ ਵੀ ਮਰਦਾਨਾ ਲੇਟਣ ਲੱਗਾ ਜ਼ਮੀਨ ਤੇ ਪੁੰਜੇ, ਤੈਂ ਹੁਣ ਇਹਦੇ ਸਵਾਸਾਂ ਦੀ ਗਿਣਤੀ ਕਰ ਵੀ ਕਿੰਨੇ ਸਵਾਸ ਲੈਂਦਾ। ਹਾਂਜੀ, ਲਾਗੇ ਉਹ ਗਿਨਨੇ ਮੈਂ ਜਬ ਤਾਂ ਕੇ। ਭਾਈ ਸਾਹਿਬ ਭਾਈ ਮਰਦਾਨਾ ਜੀ ਲੇਟ ਗਏ ਨੇ, ਨੇਤਰਾਂ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰ ਰਹੇ ਨੇ, ਦਰਸ਼ਨ ਕਰ ਰਹੇ ਨੇ। ਬਸ ਆਹ ਸਰੀਰ ਦਾ ਪਰਦਾ ਹੀ ਹੈ, ਕੁਝ ਸਮੇਂ ਬਾਅਦ ਇਹ ਪਰਦਾ ਦੂਰ ਹੋਣਾ ਤੇ ਅੰਦਰ ਦੀ ਆਤਮਾ ਪਰਮਾਤਮਾ ਗੁਰੂ ਨਾਨਕ ਸਾਹਿਬ ਦੇ ਵਿੱਚ ਮਿਲ ਕੇ ਇੱਕ ਮਿਕ ਵਲੀਨ ਹੋ ਜਾਣੀ ਹੈ। ਬਸ ਇਹ ਸਰੀਰ ਦਾ ਹੀ ਪਰਦਾ ਹੈ, ਉਹ ਪਰਦਾ ਬਸ ਹੁਣ ਛੁੱਟਣ ਵਾਲਾ ਹੈ। ਜਿਉਂਦਿਆਂ ਜੀ ਵੀ ਉਸ ਆਨੰਦ 'ਚ ਸਨ, ਸਰੀਰ ਤਿਆਗਣ ਤੋਂ ਬਾਅਦ ਵੀ ਉਸ ਪਰਮ ਆਨੰਦ 'ਚ ਵਲੀਨ ਹੋਣਾ। ਭਾਈ ਮਰਦਾਨਾ ਜੀ ਲੇਟ ਗਏ ਔਰ ਭਾਈ ਬਾਲਾ ਜੀ ਸਵਾਸ ਗਿਣਨ ਲੱਗੇ। 900 ਆਸ ਆਏ ਤਬ ਜਾਂ ਕੇ। ਭਾਈ ਮਰਦਾਨਾ ਜੀ ਇੱਕ ਇੱਕ ਸਵਾਸ ਬੜੇ ਠੰਡੇ ਠੰਡੇ ਸਵਾਸ, ਲੰਮੇ ਸਵਾਸ ਲੈਂਦੇ ਹਨ ਔਰ 9 ਸਵਾਸ ਭਾਈ ਮਰਦਾਨਾ ਜੀ ਨੇ ਲਏ। ਬੋਰੋ ਮੈਂ ਤਨ ਸੋ ਕਰ ਲਾਇਓ। ਕਹਿੰਦੇ 9 ਸਵਾਸਾਂ ਤੋਂ ਬਾਅਦ 10ਵਾਂ ਸਵਾਸ ਭਾਈ ਮਰਦਾਨੇ ਨੂੰ ਨਹੀਂ ਆਇਆ। ਭਾਈ ਬਾਲਾ ਜੀ ਕਹਿੰਦੇ ਮੈਂ ਉਹਨਾਂ ਦੀ ਛਾਤੀ ਨਾਲ ਆਪਣਾ ਕੰਨ ਲਾ ਕੇ ਵੇਖਿਆ, ਤੈਂ ਕੇ ਪਾਛੇ ਸਵਾਸ ਨ ਆਇਓ। ਉਸ ਤੋਂ ਬਾਅਦ ਭਾਈ ਮਰਦਾਨੇ ਨੂੰ 10ਵਾਂ ਸਵਾਸ ਨਹੀਂ ਆਇਆ। 9 ਸਵਾਸ ਕਹੇ ਸਨ, 9 ਸਵਾਸ ਹੀ ਲੈ ਕੇ ਆਪਣਾ ਸਰੀਰ ਤਿਆਗ ਗਏ। ਭਾ ਪੂਰਾ ਪ੍ਰਭ ਸੰਗ ਬਖਾਨਾ। ਭਾਈ ਬਾਲਾ ਜੀ ਕਹਿੰਦੇ ਜਦੋਂ ਮੈਂ ਕੰਨ ਲਾਇਆ ਛਾਤੀ ਨਾਲ 10ਵਾਂ ਸਵਾਸ ਨਹੀਂ ਆਇਆ, ਤੇ ਭਾਈ ਸਾਹਿਬ ਭਾਈ ਬਾਲਾ ਜੀ ਕਹਿੰਦੇ ਭਾ ਪੂਰਾ। ਹੇ ਗੁਰੂ ਨਾਨਕ ਸਾਹਿਬ, ਭਾਈ ਮਰਦਾਨਾ ਜੀ ਪੂਰੇ ਹੋ ਗਏ ਹਨ। ਇਹਨੂੰ ਕਹਿੰਦੇ ਆ ਪੂਰਾ ਹੋਣਾ। ਅੱਜ ਕੱਲ ਤਾਂ ਸਾਰੀ ਜ਼ਿੰਦਗੀ ਸ਼ਰਾਬ ਪੀਂਦਾ ਬੰਦਾ ਮਰ ਜਾਏ ਤੇ ਉਹਨੂੰ ਕਹਿੰਦੇ ਜੀ ਪੂਰਾ ਹੋ ਗਿਆ। ਕਿੱਥੇ, ਉਹ ਤਾਂ ਅਧੂਰਾ ਹੀ ਸੀ, ਹਾਲੇ ਅੱਗੇ ਕਈ ਜਨਮਾਂ ਵਿੱਚ ਉਹਨੇ ਭਟਕਣਾ। ਪੂਰਾ ਤਾਂ ਉਹ ਹੁੰਦਾ ਜਿਹਦਾ ਜਨਮ ਮਰਨ ਕੱਟਿਆ ਜੇ, ਉਹਨੂੰ ਕਹਿੰਦੇ ਪੂਰਾ ਹੋ ਗਿਆ। ਭਾਈ ਮਰਦਾਨਾ ਜੀ ਬਾਬਤ ਭਾਈ ਬਾਲਾ ਜੀ ਕਹਿੰਦੇ ਭਾ ਪੂਰਾ। ਮਹਾਰਾਜ ਭਾਈ ਮਰਦਾਨਾ ਜੀ ਪੂਰੇ ਹੋ ਗਏ ਨੇ। ਪੂਰਨਤਾ ਨੂੰ ਪ੍ਰਾਪਤ ਹੋ ਜੇ ਉਹਨੂੰ ਕਹਿੰਦੇ ਨੇ ਪੂਰਾ ਹੋਣਾ। ਜਿਹੜਾ ਸਰੀਰ ਤਿਆਗ ਕੇ ਪੂਰਨਤਾ ਨੂੰ ਪ੍ਰਾਪਤ ਹੋ ਜਾਏ, ਪੂਰਨ ਪਰਮੇਸ਼ਰ ਵਿੱਚ ਮਿਲ ਕੇ ਇੱਕ ਮਿਕ ਹੋ ਜਾਏ, ਅਭੇਦ ਹੋ ਜਾਏ, ਉਹਨੂੰ ਕਹਿੰਦੇ ਆ ਪੂਰਾ ਹੋ ਜਾਣਾ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ, ਕੌਣ ਮੁਆਰੇ ਕੌਣ ਮੂਆ। ਹੁਣ ਦੱਸੋ ਭਾਈ, ਇਹਨੂੰ ਕਹਿੰਦੇ ਆ ਪੂਰਨਤਾ ਨੂੰ ਪ੍ਰਾਪਤ ਹੋਣਾ, ਪੂਰਾ ਹੋ ਜਾਣਾ। ਭਾਈ ਸਾਹਿਬ ਭਾਈ ਮਰਦਾਨਾ ਜੀ ਡੰਕੇ ਦੀ ਚੋਟ ਤੇ ਗੱਲ ਕਹਿ ਸਕਦੇ ਹਨ, ਬਹਰ ਹਮ ਕਾਹੇ ਆਵੇਂਗੇ, ਬਹਰ ਹਮ ਕਾਹੇ ਆਵੇਂਗੇ, ਬਹਰ ਹਮ ਕਾਏ ਆਵੇਂਗੇ, ਬੌਰ ਹਮ ਕਾਏ ਆਵੇਂਗੇ। बहर हम काहे आवेंगे, बहर हम काहे आवेंगे, बहर हम काहे आवेंगे, बौर हम काहे आवेंगे। हुण मुड़ नहीं आउणा। बहर ना भवजल फेरा वाली अवस्था। खालसा जी ਇੱਕ ਘਟਾ ਆਕਾਸ਼ ਹੈ, ਜਿਹੜੀ ਘੜੇ ਦੀ ਉਪਾਧੀ ਵਿੱਚ ਅੰਦਰ ਖਾਲੀ ਹੁੰਦਾ ਨਾ ਥਾਂ, ਉਹਨੂੰ ਘਟਾ ਆਕਾਸ਼ ਕਹਿੰਦੇ। ਇੱਕ ਕਿਸੇ ਕਮਰੇ ਵਿੱਚ ਬਣਿਆ ਹੋਵੇ ਉਹਨੂੰ ਮਠਾ ਆਕਾਸ਼ ਕਹਿ ਦਿੰਦੇ।
ਇੱਕ ਕੱਪੜੇ ਦਾ ਟੈਂਟ ਬਣਿਆ ਹੋਵੇ, ਵਿੱਚ ਖਾਲੀ ਜਗ੍ਹਾ ਹੁੰਦੀ ਟੈਂਟ ਦੇ, ਉਹਨੂੰ ਪਟਾ ਆਕਾਸ਼ ਕਹਿ ਦਿੰਦੇ। ਪਟ ਆਕਾਸ਼, ਪਟਾ ਨਾਮ ਕੱਪੜੇ ਦਾ, ਕੱਪੜੇ ਦੇ ਵਿੱਚ ਖਾਲੀ ਜਗ੍ਹਾ। ਉਹ ਬਾਹਰਲੇ ਜਿਹੜੇ ਪੜਦੇ ਨੇ ਨਾ, ਇੱਕ ਬੜਾ ਵੱਡਾ ਪ੍ਰਸਿੱਧ ਵਿਦਾਂਤ ਦਾ ਬ੍ਰਹਮ ਸੂਤਰ ਦਾ ਅਨੁਵਾਦ ਕੀਤਾ ਗ੍ਰੰਥ ਹੈ ਭਾਮਤੀ। ਬਹੁਤ ਪ੍ਰਸਿੱਧ ਗ੍ਰੰਥ ਹੈ ਵਿਦਾਂਤ ਦਾ ਭਾਮਤੀ। ਉਹ ਗ੍ਰੰਥ ਇਤਨੀ ਤਪੱਸਿਆ ਨਾਲ ਲਿਖਿਆ ਗਿਆ। ਜਿਸ ਰਿਸ਼ੀ ਨੇ, ਜਿਸ ਮਹਾਂਪੁਰਸ਼ ਨੇ ਉਸ ਗ੍ਰੰਥ ਨੂੰ ਲਿਖਿਆ, ਉਹਦੀ ਘਰਵਾਲੀ ਦਾ ਨਾਮ ਸੀ ਭਾਮਤੀ। ਲਿਖਦਿਆਂ ਲਿਖਦਿਆਂ 12 ਸਾਲ ਉਹਨਾਂ ਨੂੰ ਲੱਗੇ। ਉਹਨਾਂ ਨੂੰ ਨਹੀਂ ਸੀ ਪਤਾ ਵੀ ਮੇਰੀ ਸ਼ਾਦੀ ਹੋ ਚੁੱਕੀ ਹੈ। ਸੁਰਤ ਬਿਰਤ ਬਿਲਕੁਲ ਇਕਾਗਰ ਕਰਕੇ, ਘਰਵਾਲੀ ਵੀ ਇਹੋ ਜਿਹੀ ਸੰਜਮ ਵਾਲੀ ਸੀ, ਮਰਿਆਦਾ ਵਾਲੀ ਸੀ। ਉਹਨੇ ਵੀ ਕਦੇ ਆਪਣਾ ਆਪਾ ਨਹੀਂ ਜਣਾਇਆ। ਉਹਨੇ ਰਾਤ ਨੂੰ ਆਉਣਾ, ਦੀਵਾ ਜਗਾਣਾ, ਫੁੱਲਾਂ ਦੀ ਮਾਲਾ ਰੱਖਣੀ, ਉੱਥੋਂ ਚਲਾ ਜਾਣਾ। ਉਸ ਰਿਸ਼ੀ ਨੇ ਲਿਖੀ ਜਾਣਾ। 12 ਸਾਲ ਬੀਤ ਗਏ। ਜਦੋਂ ਸਮਾਪਤੀ ਲਿਖੀ ਰਾਤ ਨੂੰ, ਘਰਵਾਲੀ ਆਈ, ਉਹਨੇ ਦੀਵਾ ਜਗਾਇਆ, ਫੁੱਲ ਮਾਲਾ ਰੱਖੀ ਤੇ ਪੁੱਛਿਆ ਉਸ ਰਿਸ਼ੀ ਨੇ, ਤੂੰ ਕੌਣ? ਉਹ ਕਹਿਣ ਲੱਗੀ, ਮਹਾਰਾਜ ਮੈਂ ਤੁਹਾਡੀ ਘਰਵਾਲੀ ਹਾਂ। ਉਹ ਕਹਿਣ ਲੱਗੇ ਵੀ ਜੇ ਤੂੰ ਇੱਥੇ ਰੋਜ਼ ਆਉਂਦੀ ਸੀ, ਤੂੰ ਦੱਸਿਆ ਕਿਉਂ ਨਹੀਂ ਮੈਨੂੰ? ਉਹ ਕਹਿਣ ਲੱਗੇ ਵੀ ਮੈਂ ਇਹ ਮਨ 'ਚ ਪ੍ਰਣ ਕੀਤਾ ਸੀ ਵੀ ਜਦੋਂ 12 ਸਾਲ ਪੂਰੇ ਹੋ ਜਾਣਗੇ, ਇਸ ਗ੍ਰੰਥ ਨੂੰ ਲਿਖਾਂਗਾ, ਇਹ ਸਮਾਪਤ ਹੋ ਜਾਏਗਾ। ਇਹਦੀ ਸਮਾਪਤੀ ਤੋਂ ਬਾਅਦ ਨਾਲੋਂ ਨਾਲ ਮੈਂ ਘਰ ਛੱਡ ਕੇ ਸੰਨਿਆਸ ਲੈ ਕੇ ਚਲਾ ਜਾਣਾ, ਵੀ ਹੁਣ ਤਾਂ ਮੈਨੂੰ ਜਾਣਾ ਪੈਣਾ। ਤੂੰ ਪਹਿਲਾਂ ਕਿਤੇ ਬੋਲ ਪੈਂਦੀ ਤੇ ਮੈਂ ਤੈਨੂੰ ਸਵੀਕਾਰ ਕਰ ਲੈਂਦਾ, ਪਰ ਮੇਰਾ ਪ੍ਰਣ ਕੀਤਾ ਹੋਇਆ ਸੀ ਵੀ ਇਸ ਗ੍ਰੰਥ ਨੂੰ ਲਿਖਦਿਆਂ ਮੈਂ ਚਲਿਆ ਜਾਣਾ। ਇਹ ਕਹਿ ਕੇ ਉਸ ਮਹਾਂਪੁਰਸ਼ ਦੀਆਂ ਅੱਖਾਂ 'ਚੋਂ ਨੀਰ ਵਹਿਣ ਲੱਗ ਪਿਆ। ਉਹਦੀ ਤਪੱਸਿਆ ਸੀ ਘਰਵਾਲੀ ਦੀ, ਜਿਹਨੇ 12 ਸਾਲ ਆਪਣਾ ਆਪਾ ਜੜਾਇਆ ਹੀ ਨਹੀਂ ਸੀ। ਨੇਤਰਾਂ 'ਚੋਂ ਨੀਰ ਵਹਿ ਪਏ ਵੀ ਹੁਣ ਤਾਂ ਮੈਨੂੰ ਜਾਣਾ ਵੀ ਪਵੇਗਾ। ਤੇ ਉਹ ਇਤਨੀ ਸਿਆਣੀ ਸੀ ਭਾਮਤੀ, ਕਹਿਣ ਲੱਗੀ ਬਸ ਤੁਹਾਡੇ ਨੇਤਰਾਂ 'ਚੋਂ ਵਗਿਆ ਹੋਇਆ ਇਹ ਪਾਣੀ, ਨੇਤਰਾਂ 'ਚੋਂ ਵਗਿਆ ਹੋਇਆ ਇਹ ਨੀਰ ਮੇਰੇ ਲਈ ਕਾਫੀ ਹੈ। ਮੈਂ ਇਸੇ ਦੇ ਆਸ਼ਰਿਤ ਆਪਣੀ ਸਾਰੀ ਜ਼ਿੰਦਗੀ ਕੱਟ ਦਿਆਂਗੀ, ਕਿਉਂਕਿ ਤੁਸੀਂ ਇਹ ਨੇਤਰਾਂ 'ਚੋਂ ਵਹਾਇਆ ਨੀਰ ਮੇਰੇ ਲਈ ਵਹਾਇਆ, ਮੇਰੇ ਲਈ ਇਤਨਾ ਹੀ ਕਾਫੀ ਹੈ। ਇਹ ਪਛਤਾਤਾਪ ਦਾ ਨੀਰ ਹੈ ਜੋ ਤੁਸੀਂ ਮੇਰੇ ਲਈ ਵਹਾਇਆ, ਮੇਰੇ ਲਈ ਇਤਨਾ ਹੀ ਕਾਫੀ ਹੈ। ਉਹ ਮਹਾਂਪੁਰਸ਼ ਕਹਿਣ ਲੱਗੇ, ਭਾਗਵਾਨੇ ਮੈਂ ਤੇਰਾ ਨਾਮ ਸੰਸਾਰ ਵਿੱਚ ਜੁਗਾ ਜੁਗਾ ਤਈਂ ਚੱਲ ਕਰ ਦਿਆਂਗਾ। ਮੇਰਾ ਨਾਮ ਕੋਈ ਜਾਣੇ ਨਾ ਜਾਣੇ, ਪਰ ਤੇਰਾ ਨਾਮ ਸਭ ਜਾਣਨਗੇ। ਅੱਜ ਤੋਂ ਬਾਅਦ ਇਹ ਜਿਹੜਾ ਗ੍ਰੰਥ ਹੈ ਜੋ ਮੈਂ ਲਿਖਿਆ ਹੈ, ਇਹ ਬ੍ਰਹਮ ਸੂਤਰ ਦਾ ਅਨੁਵਾਦ ਹੈ, ਵਿਦਾਂਤ ਦਾ ਪ੍ਰਸਿੱਧ ਗ੍ਰੰਥ ਹੈ। ਇਸ ਗ੍ਰੰਥ ਦਾ ਨਾਮ ਲਿਖਾਂਗਾ ਭਾਮਤੀ, ਤੇਰੇ ਨਾਂ ਤੋਂ। ਭਾਮਤੀ ਗ੍ਰੰਥ ਵਿੱਚ ਉਹ ਮਹਾਂਪੁਰਸ਼ ਲਿਖਦੇ, ਉਹ ਕਹਿੰਦੇ ਅਸੀਂ ਕਹਿੰਦੇ ਆ ਬ੍ਰਹਮ ਦਾ ਪ੍ਰਤੀਬਿੰਬ ਪੈਂਦਾ ਸਾਰਿਆਂ 'ਚ, ਬ੍ਰਹਮ ਦਾ ਪ੍ਰਤੀਬਿੰਬ ਪੈਂਦਾ ਸਭ ਵਿੱਚ। ਉਹ ਬਿੰਬੀ ਪ੍ਰਮਾਤਮਾ ਹੈ, ਉਹਦਾ ਬਿੰਬ ਸਭ ਵਿੱਚ ਹੈ। ਉਹ ਕਹਿੰਦੇ ਵੀ ਪ੍ਰਮਾਤਮਾ, ਸਾਡਾ ਇਹ ਸਰੀਰ ਹੈ, ਮੇਰਾ ਸਰੀਰ ਦਾ ਪਰਛਾਵਾਂ ਬਿੰਬ ਹੈ। ਸਾਡੇ ਸਰੀਰ ਦਿਸਦੇ ਨੇ ਤੇ ਦਿਸਦੇ ਸਰੀਰਾਂ ਦਾ ਬਿੰਬ ਵੀ ਹੈ, ਪਰਛਾਵਾਂ ਵੀ ਹੈ। ਸ਼ੀਸ਼ੇ ਵਿੱਚ ਅਸੀਂ ਜਾਵਾਂਗੇ, ਇਹ ਸਰੀਰ ਹੈ ਤੇ ਉਹਦੇ 'ਚ ਵੀ ਸਾਡਾ ਬਿੰਬ ਨਜ਼ਰ ਆਉਂਦਾ। ਜਿੰਨੇ ਪਸ਼ੂ ਪੰਛੀ ਸਭ ਦਾ ਬਿੰਬ ਹੈ। ਕਹਿੰਦੇ ਬ੍ਰਹਮ ਜਿਹਦਾ ਕੋਈ ਰੂਪ ਰੰਗ ਚਿਹਨ ਵਰਣ ਹੈ ਹੀ ਨਹੀਂ, ਉਹਦਾ ਬਿੰਬ ਜੀਵਾਂ ਵਿੱਚ ਕਿਵੇਂ ਪੈਂਦਾ ਹੋਵੇਗਾ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦੇ ਜਿਸ ਪ੍ਰਮਾਤਮਾ ਦਾ ਕੋਈ ਰੂਪ ਰੰਗ ਚਿਹਨ ਵਰਣ ਹੈ ਹੀ ਨਹੀਂ, ਜੋ ਨਿਰਾਕਾਰ ਹੈ, ਉਹਦਾ ਬਿੰਬ ਸਾਰਿਆਂ ਵਿੱਚ ਕਿਵੇਂ ਪਵੇਗਾ? ਜੇ ਉਹਦਾ ਬਿੰਬ ਹੋਵੇ ਤੇ ਪਵੇਗਾ ਨਾ। ਕਹਿੰਦਾ ਮੈਂ ਇਸ ਗੱਲ ਨੂੰ ਨਹੀਂ ਮੰਨਦਾ। ਉਹ ਕਹਿੰਦਾ ਮੈਂ ਇਹਨੂੰ ਇਉਂ ਮੰਨਦਾ ਕਿ ਜਿਵੇਂ ਇਸ ਖੁੱਲੇ ਆਕਾਸ਼ ਵਿੱਚ ਕਿਸੇ ਨੇ ਘੜਾ ਬਣਾਇਆ, ਘੜੇ ਵਿੱਚ ਜਿਹੜੀ ਖਾਲੀ ਜਗ੍ਹਾ ਉਹ ਹੈ ਘਟਾ ਆਕਾਸ਼। ਮਕਾਨ ਵਿੱਚ ਜਿਹੜੀ ਖਾਲੀ ਜਗ੍ਹਾ ਉਹਨੂੰ ਕਹਿੰਦੇ ਮਠਾ ਆਕਾਸ਼। ਕਿਸੇ ਕੱਪੜੇ ਦੇ ਟੈਂਟ ਵਿੱਚ ਬਣੀ ਹੋਈ ਖਾਲੀ ਜਗ੍ਹਾ ਉਹਨੂੰ ਕਹਿੰਦੇ ਨੇ ਪਟਾ ਆਕਾਸ਼। ਬਾਹਰਲੀ ਉਸ ਉਪਾਧੀ ਕਰਕੇ ਘਟਾ ਆਕਾਸ਼, ਮਠਾ ਆਕਾਸ਼
ਜਾਂ ਪਟਾ ਆਕਾਸ਼ ਬਣ ਜਾਂਦਾ ਹੈ। ਜਦੋਂ ਕੋਈ ਦੇਵਦੂਤ ਆਵੇ ਉਹ ਆ ਕੇ ਡੰਡਾ ਲੈ ਕੇ ਘੜਾ ਤੋੜ ਦੇਵੇ, ਕੱਪੜਾ ਪਾੜ ਦੇਵੇ, ਮਕਾਨ ਤੋੜ ਦੇਵੇ, ਉਹਦੇ ਅੰਦਰਲੀ ਜਿਹੜੀ ਖਾਲੀ ਆਕਾਸ਼ ਦੀ ਜਗ੍ਹਾ ਹੈ ਉਹ ਮਹਾਕਾਸ਼ ਵਿੱਚ ਵਿਲੀਨ ਹੋ ਜਾਂਦੀ ਹੈ। ਕਹਿੰਦੇ ਆਕਾਸ਼ ਦਾ ਕੋਈ ਰੂਪ ਰੰਗ ਨਹੀਂ, ਪਰ ਘੜੇ ਦੀ ਉਪਾਧੀ ਕਰਕੇ ਉਹ ਘਟਾ ਆਕਾਸ਼ ਬਣਦਾ ਹੈ। ਤੇ ਜਦੋਂ ਘੜਾ ਟੁੱਟ ਜਾਏ ਉਹਦੇ ਅੰਦਰ ਦਾ ਉਹ ਆਕਾਸ਼ ਮਹਾਕਾਸ਼ ਵਿੱਚ ਵਿਲੀਨ ਹੋ ਜਾਂਦਾ ਹੈ। ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਸਰੀਰ ਦਾ ਉਹ ਘਟਾ ਆਕਾਸ਼, ਸਰੀਰ ਦਾ ਉਹ ਘੜਾ ਟੁੱਟਿਆ ਹੈ। ਅੰਦਰਲਾ ਆਕਾਸ਼ ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿੱਚ ਮਿਲ ਕੇ ਇੱਕਮਿਕ ਹੋ ਗਿਆ, ਅਭੇਦ ਹੋ ਗਿਆ। ਇਸ ਕਰਕੇ ਮੁੜ ਕੇ ਹੁਣ ਜਨਮ ਮਰਨ ਵਿੱਚ ਉਹ ਨਹੀਂ ਆ ਬਣਗੇ। ਸਤਿ ਸ੍ਰੀ ਅਕਾਲ। ਭਾਈ ਬਾਲਾ ਜੀ ਕਹਿੰਦੇ ਭਾ ਪੂਰਾ ਪ੍ਰਭ ਸੰਗ ਬਖਾਨਾ। ਮਹਾਰਾਜ ਭਾਈ ਮਰਦਾਨਾ ਜੀ ਪੂਰਨ ਹੋ ਗਏ ਹਨ। ਰਾਵਰ ਵਿਖੇ ਲੀਨ ਮੈਂ ਜਾਨਾ। ਮਹਾਰਾਜ ਤੁਹਾਡੇ ਚ ਲੀਨ ਹੋ ਗਏ ਨੇ ਭਾਈ ਮਰਦਾਨਾ ਜੀ, ਤੁਹਾਡੇ ਵਿੱਚ ਹੀ ਮਿਲ ਕੇ ਇੱਕ ਮਿਕ ਹੋ ਗਏ ਹਨ। ਸੁਗਮ ਮ੍ਰਿਤਿਉ ਉੱਤਮ ਗਤ ਪਾਇੰ। ਬੜੀ ਸੁਗਮ ਮਿਰਤੂ, ਇਹਨੂੰ ਕਹਿੰਦੇ ਨੇ ਸਹਿਲਾ ਮਰਨਾ। ਆਹਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਆ ਸਹਿਲਾ ਮਰਨਾ। ਜੇਕਰ ਸਾਹਿਬ ਮਨੋ ਨਾ ਵੀਸਰੈ ਤਾਂ ਸਹਿਲਾ ਮਰਨਾ। ਇਹ ਹੈ ਸਹਿਲਾ ਮਰਨਾ। ਆਮ ਕਰਕੇ ਲੋਕ ਕਹਿੰਦੇ ਰਾਤ ਨੂੰ ਸੁੱਤਾ ਸੀ ਜੀ, ਸੁੱਤਾ ਹੀ ਪਿਆ ਰਹਿ ਗਿਆ। ਵੇਖੋ ਕਿੰਨੀ ਸੌਖੀ ਮੌਤ ਆਈ। ਖਾਲਸਾ ਜੀ ਉਹ ਸਹਿਲਾ ਮਰਨਾ ਨਹੀਂ ਹੈ। ਸਹਿਲਾ ਮਰਨਾ ਆਪਣੇ ਮਾਲਕ ਦੇ ਚਿੰਤਨ ਵਿੱਚ, ਉਹਦੇ ਦਰਸ਼ਨ ਕਰਦਿਆਂ, ਉਹਦੇ ਸਿਮਰਨ ਵਿੱਚ ਆਪਣੇ ਸਰੀਰ ਦਾ ਤਿਆਗ ਕਰ ਦੇਣਾ ਨੂੰ ਸਹਿਲਾ ਮਰਨਾ ਕਹਿੰਦੇ ਹਨ। ਜਦੋਂ ਮਨ ਦਾ ਵਹਿਣ ਕੇਵਲ ਆਪਣੇ ਮਾਲਕ ਵਾਲੀ ਵਹਿ ਟੁਰੇ, ਜੇ ਤਾਂ ਟੁਰ ਪਿਆ ਮਾਲਕ ਵਾਲੇ ਪਾਸੇ ਫਿਰ ਮਾਲਕ ਦਾ ਹੀ ਰੂਪ ਹੋ ਜਾਏਗਾ। ਤੇ ਜੇ ਕਿਤੇ ਉਸ ਵੇਲੇ ਇਹ ਮਨ ਦਾ ਵਹਿਣ ਕਿਸੇ ਸੱਜੇ ਖੱਬੇ ਹੋਰ ਪਾਸੇ ਚੱਲ ਪਿਆ ਨਾ, ਬਸ ਫਿਰ ਇਹਨੇ ਉਸੇ ਪਾਸੇ ਹੀ ਲੈ ਟੁਰਨਾ। ਜੇ ਕਿਤੇ ਮਕਾਨ ਦਾ ਚਿੰਤਨ ਚੱਲ ਪਿਆ, ਜੇ ਕਿਤੇ ਪੁੱਤਰਾਂ ਧੀਆਂ ਦਾ ਫੁਰਨਾ ਚੱਲ ਪਿਆ, ਜੇ ਕਿਤੇ ਮਾਇਆ ਦਾ ਫੁਰਨਾ ਚੱਲ ਪਿਆ, ਤੇ ਇਹਨੇ ਉਸ ਪਾਸੇ ਲੈ ਟੁਰਨਾ ਹੈ। ਫਿਰ ਮਰਨਾ ਸਹਿਲਾ ਨਹੀਂ ਹੈ। ਸਹਿਲਾ ਮਰਨਾ ਤਾਂ ਗੁਰੂ ਖਾਲਸਾ ਜੀ ਇਹ ਹੈ ਜੋ ਭਾਈ ਮਰਦਾਨਾ ਜੀ ਦਾ ਹੈ। ਭਾਈ ਬਾਲਾ ਜੀ ਕਹਿ ਰਹੇ ਨੇ ਮਹਾਰਾਜ ਸੁਗਮ ਮ੍ਰਿਤ, ਬੜਾ ਸਹਿਲਾ ਮਰਨਾ ਹੋਇਆ ਔਰ ਉੱਤਮ ਗਤੀ ਨੂੰ ਭਾਈ ਮਰਦਾਨਾ ਜੀ ਪ੍ਰਾਪਤ ਹੋਏ ਹਨ। ਜਿਉ ਹੋਏ ਜੋਗੀ ਜੋਗ ਕਮਾਇੰ। ਕਹਿੰਦੇ ਮਾਨੋ ਜਿਵੇਂ ਕਿਸੇ ਜੋਗੀ ਨੇ ਬੜਾ ਜੋਗ ਕਮਾਇਆ ਹੋਵੇ। ਹੋਏ ਆਪ ਕੀ ਕਰੁਣਾ ਜਾਈ। ਉਹ ਇਸ ਤਰ੍ਹਾਂ ਸਰੀਰ ਤਿਆਗਦਾ ਹੁੰਦਾ। ਮਹਾਰਾਜ ਜਿਨ੍ਹਾਂ ਤੇ ਤੁਹਾਡੀ ਕਰੁਣਾ ਹੁੰਦੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਤੇ ਤੁਹਾਡੀ ਕਰੁਣਾ, ਤੁਹਾਡੀ ਮਿਹਰ ਹੁੰਦੀ ਹੈ, ਪ੍ਰਾਪਤ ਮ੍ਰਿਤ ਸੋ ਅਸ ਨਰ ਤਾਈ। ਉਸ ਨਰ ਨੂੰ, ਉਸ ਵਿਅਕਤੀ ਨੂੰ ਐਸੀ ਮ੍ਰਿਤੂ, ਐਸੀ ਮੌਤ ਪ੍ਰਾਪਤ ਹੁੰਦੀ ਹੈ। ਕਿਉ ਗਜ ਫੂਲ ਮਾਲ ਕੋ ਡਾਰੇ। ਜਿਵੇਂ ਕੋਈ ਹਾਥੀ ਆਪਣੇ ਗਲ ਵਿੱਚ ਪਾਈ ਫੁੱਲਾਂ ਦੀ ਮਾਲਾ ਨੂੰ ਤੋੜ ਕੇ ਸੱਟ ਦਿੰਦਾ ਹੈ, ਤਿਉ ਕਛ ਖੇਦ ਨ ਮਨ ਮੈਂ ਧਾਰੇ। ਉਹਨੂੰ ਕਿਹੜਾ ਫੁੱਲਾਂ ਦੀ ਮਾਲਾ ਤੋੜਦਿਆਂ ਭਾਰ ਲੱਗਦਾ? ਹਾਥੀ ਨੂੰ ਕਿੰਨਾ ਕੁ ਉਹਦਾ ਵਜਨ, ਕਿੰਨਾ ਕੁ ਉਹਨੂੰ ਜ਼ੋਰ ਲੱਗਣਾ, ਉਹਨੇ ਮਾੜਾ ਜਿਹਾ ਝਟਕਾ ਮਾਰਨਾ, ਤੋੜ ਦੇਣੀ ਹੈ। ਕਹਿੰਦੇ ਇਉਂ ਬ੍ਰਹਮ ਗਿਆਨੀ ਅਵਸਥਾ 'ਚ ਟਿਕੇ ਮਹਾਪੁਰਸ਼ ਆਪਣੇ ਸਰੀਰ ਨੂੰ ਤਿਆਗ ਦਿੰਦੇ, ਉਹਨਾਂ ਨੂੰ ਕੋਈ ਕਸ਼ਟ ਨਹੀਂ ਹੁੰਦਾ। ਸ੍ਰੀ ਗੁਰ ਕਹਿਓ ਸੁਨੋ ਅਬ ਬਾਲਾ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਸੁਣੋ, ਏਕੋ ਜਾਰ ਦਿਓ ਤਤਕਾਲਾ। ਏਦਾਂ ਕਰੋ ਵੀ ਹੁਣ ਭਾਈ ਮਰਦਾਨੇ ਦਾ ਅੰਤਮ ਸੰਸਕਾਰ ਆਪਾਂ ਕਰੀਏ। ਲੱਕੜੀਆਂ ਇਕੱਠੀਆਂ ਕਰੋ, ਅੰਗੀਠਾ ਚਿਣੋ। ਨਿਜ ਪਰ ਤੇ ਪਟ ਇੱਕ ਗੁਰ ਦੀਨੋ। ਖਾਲਸਾ ਜੀ ਪਾਤਸ਼ਾਹ ਨੇ ਆਪਣੇ ਸਰੀਰ ਤੇ ਲਿਆ ਇੱਕ ਚਾਦਰਾ, ਭਾਈ ਮਰਦਾਨੇ ਜੀ ਦੇ ਸਰੀਰ ਦੇ ਉੱਤੇ ਪਾਇਆ ਆਪਣਾ ਚਾਦਰਾ। ਆਪਣੇ ਸਰੀਰ ਤੇ ਪਾਤਸ਼ਾਹ ਜਿਹੜੇ ਚਾਦਰਾ ਲੈਂਦੇ ਸੀ ਨਾ, ਉਹ ਚਾਦਰਾ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੇ ਸਰੀਰ ਤੇ ਪਾਇਆ। ਤਬ ਮੈਂ ਏਕ ਆਪਨੋ ਲੀਨੋ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੇਰੇ ਵੀ ਪਿਆਰੇ ਮਿੱਤਰ ਨੇ ਭਾਈ ਮਰਦਾਨਾ ਜੀ, ਪਾਤਸ਼ਾਹ ਜੇ ਆਗਿਆ ਹੋਵੇ ਤੇ ਇੱਕ ਮੈਂ ਆਪਣਾ ਚਾਦਰਾ ਭਾਈ ਸਾਹਿਬ ਤੇ ਪਾ ਲਵਾਂ, ਇੱਕ ਚਾਦਰਾ ਭਾਈ ਬਾਲਾ ਜੀ ਨੇ ਆਪਣਾ ਆਪਣੇ ਮੋਢੇ ਤੋਂ ਲਾਇਆ,
ਉਹ ਭਾਈ ਮਰਦਾਨਾ ਜੀ ਦੇ ਪਾਵਨ ਸਰੀਰ ਤੇ ਪਾਇਆ। ਦੋਨੋਂ ਨੀਕੀ ਬਿਦਸੋਂ ਪਾਏ। ਦੋਵੇਂ ਚਾਦਰੇ, ਇੱਕ ਸਤਿਗੁਰਾਂ ਦਾ ਚਾਦਰਾ ਸੀ, ਇੱਕ ਭਾਈ ਬਾਲਾ ਜੀ ਦਾ ਚਾਦਰਾ, ਉਹ ਭਾਈ ਮਰਦਾਨਾ ਜੀ ਦੇ ਤਨ ਤੇ ਪਾਇਆ। ਉਹ ਕਾਸ਼ਟ ਦੀਨੋ ਇੱਕ ਥਾਏ। ਇਹੋ ਜਿਹਾ ਸਿਰੇ ਪਾਉ ਪਾ ਪਹਿਨਾਇਆ ਮੇਰੇ ਸਾਹਿਬ ਨੇ, ਜਿਹੜਾ ਹਰੀ ਦੀ ਦਰਗਾਹ ਵਿੱਚ ਇੱਜ਼ਤ ਦੇਣ ਵਾਲਾ ਹੈ, ਮਾਣ ਦੇਣ ਵਾਲਾ ਹੈ। ਹਾਂਜੀ, ਲੱਕੜਾਂ ਤਿਆਰ ਕਰਕੇ ਇਕੱਠੀਆਂ ਕੀਤੀਆਂ ਇੱਕ ਜਗ੍ਹਾ ਤੇ, ਤਾਂ ਪਰ ਧਰ ਕੇ ਪਾਵਕ ਜਾਰੀ। ਭਾਈ ਸਾਹਿਬ ਜੀ ਦਾ ਸਰੀਰ ਜੋ ਪਾਵਨ ਹੋ ਚੁੱਕਾ ਹੈ ਗੁਰਦੇਵ ਦੀ ਸੇਵਾ ਕਰ ਕਰਕੇ। ਸਾਰਾ ਜੀਵਨ ਭਾਈ ਸਾਹਿਬ ਜੀ ਨੇ ਗੁਰੂ ਸੰਗਤ ਵਿੱਚ ਬਤੀਤ ਕੀਤਾ ਹੈ। ਜਦੋਂ ਮੇਰੇ ਸਾਹਿਬ ਕਹਿਣਾ, ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ, ਤੇ ਜੇ ਮੇਰੇ ਸਾਹਿਬ ਦੇ ਹਿਰਦੇ 'ਚ ਤਨਾਸਰੀ ਰਾਗ 'ਚ ਬਾਣੀ ਆਉਣੀ, ਤੇ ਭਾਈ ਮਰਦਾਨੇ ਨੇ ਪੁੱਛਣਾ ਨਹੀਂ, ਮਹਾਰਾਜ ਜੀ ਤਨਾਸਰੀ ਰਾਗ ਗਾਵਾਂ? ਸਤਿਗੁਰਾਂ ਦੇ ਹਿਰਦੇ 'ਚ ਤਨਾਸਰੀ ਰਾਗ ਆਉਣਾ, ਤੇ ਭਾਈ ਮਰਦਾਨੇ ਨੇ ਰਬਾਬ ਵੀ ਤਨਾਸਰੀ 'ਚ ਵਜਾਉਣੀ। ਤੇ ਜੇ ਕਿਤੇ ਆਸਾ ਰਾਗ ਵਿੱਚ ਬਾਣੀ ਆਈ, ਤੇ ਆਸਾ ਰਾਗ ਐਨ ਗੁਰਦੇਵ ਨਾਲ ਸੁਰਤ ਇੱਕ ਮਿਕ ਹੋਈ ਸੀ ਭਾਈ ਮਰਦਾਨਾ ਜੀ ਦੀ। ਗੁਰਦੇਵ ਦੇ ਰਬਾਬੀ ਹਨ ਭਾਈ ਮਰਦਾਨਾ ਜੀ। ਸਤਿਗੁਰਾਂ ਨੇ 2 ਸ਼ਲੋਕ ਭਾਈ ਮਰਦਾਨੇ ਦੇ ਨਾਂ ਤੇ ਉਚਾਰਨ ਕਰਕੇ ਭਾਈ ਮਰਦਾਨੇ ਨੂੰ ਸदैवी ਕਾਲ ਲਈ ਯਾਦ ਰੱਖਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸ਼ਲੋਕ ਦਰਜ ਕੀਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ, ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਨੇ। ਤੋ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਆਪ ਭਾਈ ਸਾਹਿਬ ਦਾ ਸਰੀਰ ਆਪਣੇ ਹੱਥੀਂ ਅੰਤਮ ਸੰਸਕਾਰ ਕੀਤਾ। ਤਤ ਚਿੰਨ ਦੇ ਪਸਮ ਕਰ ਡਾਰੀ। ਵੇਖਦਿਆਂ ਵੇਖਦਿਆਂ ਭਾਈ ਸਾਹਿਬ ਦਾ ਸਰੀਰ ਅਗਨ ਦੇ ਵਿੱਚ ਸੜ ਕੇ ਸਵਾਹ ਹੋ ਗਿਆ। ਏਕ ਨਿਸਾ ਖੁਰਮੇ ਪੁਰ ਮਾਈ। ਇੱਕ ਰਾਤ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਖੁਰਮੇਪੁਰ ਵਿੱਚ ਰਹੇ ਪ੍ਰਭੂ ਜੈ ਪਿਕ ਦੁਖ ਜਾਈ। ਸਤਿਗੁਰੂ ਜੀ ਇੱਕ ਰਾਤ ਰਹੇ ਇੱਥੇ। ਭਾਈ ਮਰਦਾਨਾ ਜੀ ਦੇ ਸਰੀਰ ਦਾ ਸੰਸਕਾਰ ਕਰਕੇ ਉਹ ਦਿਨ ਵੀ ਰਹੇ, ਰਾਤ ਵੀ ਸਤਿਗੁਰੂ ਉੱਥੇ ਰਹੇ। ਔਰ ਐਸੇ ਸਤਿਗੁਰੂ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਦੂਰ ਹੁੰਦੇ ਹਨ। ਪਏ ਤਿਆਰ ਚਲਨੇ ਕੋ ਜਬਈ। ਸਤਿਗੁਰੂ ਜੀ ਜਦੋਂ ਇੱਥੋਂ ਚੱਲਣ ਵਾਸਤੇ ਤਿਆਰ ਹੋਏ, ਗੋਰਖ ਦਈ ਦਿਖਾਈ ਤਬਈ। ਇੰਨੇ ਨੂੰ ਗੋਰਖਨਾਥ ਆਪਣੇ ਸਿੱਧਾਂ ਸਮੇਤ ਮਹਾਰਾਜ ਜੀ ਨੂੰ ਆ ਮਿਲਿਆ। ਦੋਹਰਾ ਕਛਕ ਸਿੱਧ ਜੈ ਸੰਗ ਹੈ, ਕਹੀ ਆਦੇਸ਼ ਆਦੇਸ਼। ਗੋਰਖਨਾਥ ਜਿਹਦੇ ਨਾਲ ਉਹਦੇ ਕੁਝ ਸਿੱਧ ਨੇ, ਉਹ ਅਚਾਨਕ ਆਣ ਪ੍ਰਗਟ ਹੋਇਆ ਸਤਿਗੁਰਾਂ ਕੋਲ। ਮਹਾਰਾਜ ਜੀ ਨੂੰ ਕਹਿਣ ਲੱਗਾ, ਜੀ ਆਦੇਸ਼ ਬਾਬਾ ਆਦੇਸ਼। ਏਦਾਂ ਨਮਸਕਾਰ ਕੀਤੀ। ਏਕੰਕਾਰ ਆਦੇਸ਼ ਹੈ, ਬੋਲੇ ਸ਼੍ਰੀ ਜਗਤੇਸ਼। ਜਦੋਂ ਗੋਰਖਨਾਥ ਨੇ ਕਿਹਾ ਨਾ ਆਦੇਸ਼ ਆਦੇਸ਼, ਤਾਂ ਪਾਤਸ਼ਾਹ ਕਹਿੰਦੇ ਆਦੇਸ਼ ਉਸ ਏਕੰਕਾਰ ਨੂੰ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਉਹਨੂੰ ਆਦੇਸ਼ ਆਦੇਸ਼ ਬਾਬਾ ਆਦੇਸ਼, ਪਰਮੇਸ਼ਰ ਨੂੰ ਆਦੇਸ਼ ਹੈ। ਲੋ ਪਰੀ ਸਿੱਧ ਸਭ ਬੈਠੇ ਬਚਨ ਅਲਾਏ। ਗੋਰਖਨਾਥ ਦੇ ਸਮੇਤ ਸਾਰੇ ਸਿੱਧ ਮਹਾਰਾਜ ਜੀ ਕੋਲ ਬੈਠ ਗਏ ਤੇ ਕਹਿਣ ਲੱਗੇ, ਕੈਸੇ ਦੁਰਮਤ ਤਿਆਗੀ ਜਾਏ। ਖਾਲਸਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਸਿੱਧ ਗੋਸ਼ਟ। ਧੰਨ ਗੁਰੂ ਨਾਨਕ ਸਾਹਿਬ ਦੀ ਬੜੀ ਪਿਆਰੀ ਬਾਣੀ, ਅੰਮ੍ਰਿਤ ਬਾਣੀ। ਟੀਕੇ ਬਹੁਤ ਮਿਲਣਗੇ ਤੁਹਾਨੂੰ ਸਿੱਧ ਗੋਸ਼ਟ ਦੇ ਕੀਤੇ ਹੋਏ। ਡਾਕਟਰ ਭਾਈ ਵੀਰ ਸਿੰਘ ਹੋਣਾ ਨੇ ਟੀਕਾ ਕੀਤਾ, ਫਰੀਦਕੋਟੀ ਟੀਕਾ, ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦੇ ਟੀਕੇ ਨੇ। ਬਹੁਤ ਟੀਕੇ ਸਿੱਧ ਗੋਸ਼ਟ ਬਾਣੀ ਦੇ ਮਿਲਦੇ ਹਨ। ਜਿਤਨੇ ਵੀ ਟੀਕੇ ਪੜ੍ਹ ਲਓਗੇ, ਵਿਆਖਿਆ ਪੜ੍ਹ ਲਵੋਗੇ, ਅੱਖਰੀ ਅਰਥ ਪੜ੍ਹ ਸਕਦੇ ਹਾਂ। ਸਿੱਧ ਗੋਸ਼ਟ ਬਾਣੀ ਇਤਨੀ ਡੂੰਘੀ ਬਾਣੀ ਹੈ ਕਿ ਜਦੋਂ ਉਹਦੇ ਵਿੱਚ ਪਾਤਸ਼ਾਹ ਤ੍ਰੈ ਸਤ ਵਾਈ ਅੰਗੁਲ ਕਹੀ ਐ, ਇਦਾਂ ਦੇ ਬਚਨ ਲਿਖਦੇ ਯੋਗ ਨਾਲ ਸੰਬੰਧਿਤ। ਅਸੀਂ
ਕੇਵਲ ਅਰਥ ਕਰ ਸਕਦੇ ਹਾਂ, ਉਹਦੇ ਟੀਕਾ ਕਰ ਸਕਦੇ ਹਾਂ, ਪਰ ਅਨੁਭਵ ਵਿੱਚ ਆ ਕੇ ਉਹਨਾਂ ਦੀ ਸਮਝ ਪਵੇ ਬੜੀ ਦੂਰ ਦੀ ਘਾਟੀ, ਔਖਦ ਘਾਟੀ ਹੈ, ਬਹੁਤ ਕਠਨ। ਜਦੋਂ ਪਾਤਸ਼ਾਹ ਉੱਥੇ ਸੁੰਨ ਅਵਸਥਾ ਦੀ ਬਾਤ ਕਰਦੇ ਹਨ, ਜਦੋਂ ਮਹਾਰਾਜ ਜੀ ਉੱਥੇ ਨਾਭ ਕਮਲ ਦੀ ਗੱਲ ਕਰਦੇ ਹਨ, ਉਹ ਬੜੀਆਂ ਡੂੰਘੀਆਂ ਪਰਿਸਥਿਤੀਆਂ ਨੇ ਯੋਗ ਦੀਆਂ, ਨੂੰ ਸੂਖਸ਼ਮ ਯੋਗ ਕਹਿੰਦੇ ਹਨ। ਉਹ ਸੂਖਸ਼ਮ ਯੋਗ ਦੇ ਬੜੇ ਡੂੰਘੇ ਭਾਵ ਨੇ ਜਿਹੜੇ ਸਮਝਣੇ ਬਹੁਤ ਮੁਸ਼ਕਲ ਤੇ ਕਠਨ ਹਨ। ਤੋ ਸਤਿਗੁਰੂ ਜੀ ਨੇ ਸਿੱਧਾਂ ਨਾਲੋਂ ਸਾਰੀ ਚਰਚਾ ਕੀਤੀ, ਸਿੱਧਾਂ ਨੇ ਕਈ ਸਵਾਲ ਕੀਤੇ ਨੇ। ਇੱਥੇ ਆਏ ਨੇ ਸਿੱਧ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਸਤਿਗੁਰਾਂ ਨੂੰ ਪੁੱਛਦੇ ਨੇ, ਕੈਸੇ ਦੁਰਮਤ ਤਿਆਗੀ ਜਾਏ। ਕਹਿਣ ਲੱਗੇ, ਹੇ ਗੁਰੂ ਨਾਨਕ ਸਾਹਿਬ, ਜਿਹੜੀ ਇਹ ਖੋਟੀ ਮੱਤ ਹੈ, ਇਹ ਕਿਵੇਂ ਤਿਆਗੀ ਜਾਂਦੀ ਹੈ? ਦੁਰਮਤ, ਦੁਰਮਤ ਖੋਟੀ ਮੱਤ, ਭੈੜੀ ਮੱਤ। ਦੁਰ ਦਾ ਮਤਲਬ ਹੁੰਦਾ ਮਾੜੀ ਤੇ ਭੈੜੀ। ਜਿਹੜੀ ਇਹ ਭੈੜੀ ਮੱਤ ਹੈ ਮਹਾਰਾਜ ਜੀ, ਇਹ ਕਿਵੇਂ ਤਿਆਗੀ ਜਾਂਦੀ ਹੈ? ਕਹਿ ਬਿਦ ਦੁਨੀਆ ਦੁੱਤਰ ਤਰੇ। ਦੂਜਾ ਸਵਾਲ ਇਹਨਾਂ ਨੇ ਕੀਤਾ, ਕਿਨ ਬਿਦ ਸਾਗਰ ਦੁੱਤਰ ਤਰੀਐ। ਸਿੱਧ ਗੋਸ਼ਟ ਵਿੱਚ ਬਚਨ ਆਉਂਦਾ। ਕਹਿਣ ਲੱਗੇ ਜੀ, ਕਿਵੇਂ ਇਹ ਸੰਸਾਰ ਜਿਹੜਾ ਦੁਸ਼ਤਰ ਹੈ, ਜਿਹਨੂੰ ਤਰਨਾ, ਇਹਦੇ ਤੋਂ ਕਿਵੇਂ ਤਰੀਏ? ਜਿਹਨੂੰ ਤਰਨਾ ਹੀ ਬੜਾ ਔਖਾ ਹੈ, ਇਹਦੇ ਤੋਂ ਕਿਵੇਂ ਤਰਿਆ ਜਾ ਸਕਦਾ? ਇਹ ਦੂਜਾ ਸਵਾਲ ਕੀਤਾ। ਕਿਉਂ ਕਰ ਜੀਵਤ ਜਗ ਮੈਂ ਮਰੇ। ਤੀਜਾ ਸਵਾਲ ਕੀਤਾ ਵੀ ਇਸ ਸੰਸਾਰ ਦੇ ਵਿੱਚ ਜਿਉਂਦਿਆਂ ਜੀ ਕਿਵੇਂ ਮਰਿਆ ਜਾ ਸਕਦਾ? ਤੁਸੀਂ ਕਹਿੰਦੇ ਹੋ ਜਿਉਂਦਿਆਂ ਜੀ ਮਰਨਾ, ਜਿਉਂਦਿਆਂ ਜੀ ਕਿਵੇਂ ਮਰਿਆ ਜਾ ਸਕਦਾ ਹੈ? ਕੈਸੇ ਸੱਚ ਸੋ ਹੋਏ ਪਛਾਨੇ। ਅਗਲਾ ਸਵਾਲ ਕੀਤਾ, ਸੱਚ ਨਾਲ ਪਛਾਣ ਕਿਵੇਂ ਹੋਵੇ? ਸੱਚ ਨੂੰ ਕਿਵੇਂ ਸਿਆਣਿਆ ਜਾਵੇ? ਕਿਵੇਂ ਸੱਚ ਨਾਲ ਪਹਿਚਾਣ ਹੋਵੇ? ਕਿਸ ਪ੍ਰਕਾਰ ਮਗ ਲੇਵੇਂ ਜਾਣੇ। ਜਿਹੜਾ ਪ੍ਰਮਾਤਮਾ ਦੇ ਘਰ ਦਾ ਮਗ ਰਸਤਾ ਹੈ, ਇਹ ਸਵਾਲ ਕੀਤਾ। ਜਿਹੜਾ ਪ੍ਰਮਾਤਮਾ ਦੇ ਘਰ ਨੂੰ ਜਾਣ ਦਾ ਰਾਹ ਆ, ਉਹਨੂੰ ਕਿਵੇਂ ਪਛਾਣੀਏ ਜੀ? ਉਸ ਰਸਤੇ ਦੀ ਪਛਾਣ ਕਿਵੇਂ ਹੋਵੇ? ਹੋਤ ਰਖੀਕ ਬਸੀ ਕੈ ਭਾਂਤੀ। ਆ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ, ਪੰਜ ਕਰਮ ਇੰਦਰੀਆਂ ਨੇ, ਇਹ ਵਸ ਕਿਵੇਂ ਕਰੀਏ ਜੀ? ਇੰਦਰੀਆਂ ਵਸ ਚ ਕਿਵੇਂ ਆਉਂਦੀਆਂ ਨੇ? ਇਹ ਵੀ ਸਵਾਲ ਕੀਤਾ ਸਿੱਧਾਂ ਨੇ। ਕਹਿਣ ਲੱਗੇ ਜੀ, ਇਹ ਇੰਦਰੀਆਂ ਵਸ ਕਿਵੇਂ ਆਉਂਦੀਆਂ ਨੇ? ਕਹਤੇ ਮਨ ਮਾਨੇ ਹੋਏ ਸ਼ਾਂਤੀ। ਇਹ ਮਨ ਕੀ ਮੰਨੇ ਤੇ ਇਹਦੇ ਅੰਦਰ ਸ਼ਾਂਤੀ ਆ ਜਾਵੇ? ਇਹ ਵੀ ਸਵਾਲ ਹੈ ਕਿ ਮਨ ਨੂੰ ਸ਼ਾਂਤੀ ਕਿਵੇਂ ਮਿਲੇ? ਕੈਸੇ ਰੂਪ ਕਿਤੇ ਵਿਸਤਾਰ। ਪਰਮਾਤਮਾ ਦਾ ਰੂਪ ਕਿਹੋ ਜਿਹਾ, ਉਹਦਾ ਵਿਸਥਾਰ ਕਿੰਨਾ ਕੁ ਹੈ? ਇਹ ਵੀ ਸਵਾਲ ਕੀਤਾ। ਕਰਬੇ ਜੋਗ ਸੁਕੋਨੇ ਆਚਾਰ। ਕਹਿਣ ਲੱਗੇ ਜੀ, ਕਿਹੜਾ ਆਚਾਰ ਕਰੀਏ, ਆਚਰਣ ਕਿਹੋ ਜਿਹਾ ਧਾਰਨ ਕਰੀਏ? ਕਹਿੰਦੇ ਆਵੇ ਕਿਸ ਮਾਏ ਜਾਈ। ਫਿਰ ਸਵਾਲ ਕੀਤਾ ਜੀ, ਇਹ ਜੀਵ ਕਿੱਥੋਂ ਆਉਂਦਾ ਹੈ ਤੇ ਕਿੱਥੇ ਚਲਾ ਜਾਂਦਾ? ਕਿੱਥੋਂ ਆਉਂਦਾ ਤੇ ਕਿੱਥੇ ਚਲਾ ਜਾਂਦਾ ਹੈ? ਕਹਾਂ ਸਮਾਵੇ ਦੇਉ ਬਤਾਈ। ਫਿਰ ਕਿੱਥੇ ਜਾ ਕੇ ਸਮਾ ਜਾਂਦਾ ਹੈ? ਕਿੱਥੇ ਜਾ ਕੇ ਅਭੇਦ ਹੋ ਜਾਂਦਾ ਹੈ? ਮਹਾਰਾਜ ਜੀ, ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਦਿਓ। ਸਿੱਧਾਂ ਨੇ ਸਵਾਲ ਕੀਤੇ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇਹਨਾਂ ਸਵਾਲਾਂ ਦਾ ਜਵਾਬ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ਅਚੁੱਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਬੇਕ ਹੈ ਪਰੰਪਰ ਹਰ ਹਰੇ ਹੈ ਪੀਓ ਅਣਹਾਰੇ हे संतः कै सदा संग ਧਾਰਾ ਆਧਾਰ हे ठाकुर हों दासरो ਮੈਂ ਨਿਰਗੁਣ ਗੁਣ ਨਹੀਂ ਕੋਈ नानक दीजै नाम दान ਰਾਖੋਈ ਐ ਪਰੋਈ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤ ਨਿਆਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर से बंदे ਗੁਰ ਪਾਰੀ ਉਤਾਰ ਨਿਹਾਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर से बंदे ਪਾਰੀ ਉਤਾਰ ਨਿਹਾਰ वाहिगुरु जी का खालसा वाहिगुरु जी की फतेह।